ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਰ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੈ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ। ਰਹਾਉ ਸਾਕਤ ਹਰ ਸਾਧ ਨਾ ਜਾਣਿਆ ਤਿਨੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੋਹਿਲੇ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਮਾਲਕ ਦੀ ਕਿਰਪਾ ਸਦਕਾ ਆਪਾਂ ਕਰ ਰਹੇ ਹਾਂ। ਮਾਲਕ ਆਪ ਕਿਰਪਾ ਕਰਕੇ ਇਸ ਵਿਚਾਰ ਨੂੰ ਕਰਵਾਉਣ ਤੇ ਨਾਲ ਆਪ ਬਖਸ਼ਿਸ਼ ਕਰਕੇ ਸਰਵਣ ਕਰਾਉਣ। ਕੱਲ ਕਿਸੇ ਪ੍ਰਕਾਰ ਦੇ ਨਾਲ ਇੰਟਰਨੈਟ ਅਖੀਰ ਦੇ ਵਿੱਚ ਇੱਕਦਮ ਬੰਦ ਹੋ ਗਿਆ ਸੀ, ਜਿੱਥੇ ਆਪਾਂ ਜ਼ਿਕਰ ਕਰ ਰਹੇ ਸੀ ਕਿ ਉਹ ਮਾਲਕ ਜੋ ਸਾਡੇ ਅੰਦਰ ਵਸਦੇ ਹਨ, ਜਿੱਥੇ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂ ਤੇ ਤੇਰੇ ਨਾਏ ਵਾਸਾ, ਇਸ ਦੀ ਵਿਚਾਰ ਕਰ ਰਹੇ ਸੀ। ਤਕਰੀਬਨ ਹੋ ਚੁੱਕੀ ਸੀ ਵਿਚਾਰ। ਆਪਾਂ ਇਸ ਗੱਲ ਨੂੰ ਵਿਚਾਰੀਏ ਕਿ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਮਹਾਰਾਜ ਕਹਿੰਦੇ ਹਨ, ਭਾਈ ਜੋ ਜੀਵਨ ਸਾਡਾ ਹੈ ਉਹ ਜਲ ਗੁਰੂ ਦੇ ਦੱਸੇ ਹੋਏ ਗੁਰ ਤੇ ਟਿਕਿਆ ਹੈ। ਜਿਵੇਂ ਸਾਰੰਗ ਪਾਨ, ਜਿਵੇਂ ਜੀਵਨ ਦੇ ਵਿੱਚ ਪਪੀਹਾ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੈ। ਚਾਤਰਕ ਤੇ ਮੀਨ ਮੱਛੀ ਜਲ ਤੋਂ ਹੀ ਸੁਖ ਪਾਉਂਦੇ ਨੇ।
ਸਾਰੰਗ ਸ਼ਬਦ ਸੁਹਾਈ, ਇਹਨਾਂ ਨੂੰ ਸਾਰੰਗ ਜਿਹੜਾ ਸ਼ਬਦ ਹੈ ਸੁਭਾਈਮਾਨ ਸੁਹਾਈ ਹੁੰਦਾ ਹੈ। ਇਹ ਜਿਹੜਾ ਸਾਰੰਗ ਹੈ ਇਹ ਆਪਣਾ ਜੀਵਨ ਦੇ ਵਿੱਚ ਸਮਝੋ ਜਾਣੋ ਸ਼ਬਦ ਹੈ ਜਿਹਨੂੰ ਆਪਾਂ ਘੜ ਰਹੇ ਹਾਂ। ਕਹਿੰਦੇ ਇਹ ਤਾਂ ਘੜਿਆ ਜਾਂਦਾ ਜਦੋਂ ਆਪਾਂ ਨੂੰ ਉਹ ਜਲ ਪ੍ਰਾਪਤ ਹੁੰਦਾ ਹੈ ਜੋ ਗੁਰ ਜੁਗਤ ਦੱਸਣ ਵਾਲਾ ਮਾਰਗ ਦਾ ਸ਼ਬਦ ਹੈ, ਜਿਹਨੂੰ ਆਪਾਂ ਹੁਣੇ ਪੜ੍ਹ ਕੇ ਆਏ ਹਾਂ। ਕਹਿੰਦੇ ਜਿਸ ਜਲ ਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਭਾਈ, ਕਹਿੰਦੇ ਅਬ ਮੋਹਿ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਮਨ ਮਾਰਨ ਕਾਰਨ ਬਣ ਜਾਈਐ, ਸੋ ਜਲ ਬਿਨ ਭਗਵੰਤ ਨਾ ਪਾਈਏ। ਐਸੇ ਜਲ ਤੋਂ ਬਿਨਾ ਕਹਿੰਦੇ ਭਾਈ ਰੱਬ ਨੂੰ ਨਹੀਂ ਪਾਇਆ ਜਾ ਸਕਦਾ। ਕਹਿੰਦੇ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਾਈਆ। ਕਹਿੰਦੇ ਭਾਈ ਆ ਜਿਹੜਾ ਗੁਰ ਸ਼ਬਦ ਹੈ ਨਾ, ਇਹ ਸਾਡੇ ਹਿਰਦੇ 'ਚ ਪਹਿਲਾਂ ਵਸਣ, ਸਾਡੇ ਦਿਮਾਗ 'ਚ ਇਹ ਗੱਲ ਵਸਣੀ ਚਾਹੀਦੀ ਕਿ ਬਾਣੀ ਪੜ੍ਹਨੀ, ਬਾਣੀ ਦਾ ਜਿਹੜਾ ਭੇਦ ਹੈ, ਗੁਰ ਹੈ, ਜੁਗਤ ਹੈ, ਜਿਹਨੂੰ ਜਿਹੜੀ ਟੈਕਨੀਕ ਮੈਥਡ ਵਿਧੀ ਢੰਗ ਤਰੀਕਾ ਦੱਸ ਰਹੀ ਹੈ ਬਾਣੀ, ਉਹ ਸ਼ਬਦ ਰਾਹੀਂ ਆਪਣੇ ਅੰਦਰ ਉਤਾਰਨਾ, ਤਾਂ ਕਿ ਜਦੋਂ ਆਪਾਂ ਸ਼ਬਦ ਬੋਲੀਏ ਉਸ ਮੈਥਡ ਤੋਂ, ਉਸ ਟੈਕਨੀਕ ਤੋਂ, ਉਸ ਵਿਧੀ ਤੋਂ, ਜੁਗਤ ਤੋਂ, ਜੋ ਆਪਾਂ ਨੇ ਉਸ ਗੁਰਬਾਣੀ ਦੇ ਸ਼ਬਦ ਤੋਂ ਸਿੱਖੀ ਹੈ, ਉੱਥੋਂ ਆਪਾਂ ਬੋਲ ਸਕੀਏ। ਪੜ੍ਹਨ ਦਾ ਤੇ ਬੋਲਣ ਦਾ ਇਹ ਜੀਵਨ ਦੇ ਤਾਲਮੇਲ ਬਣਿਆ ਹੋਣਾ ਚਾਹੀਦਾ ਕਿ ਅਸੀਂ ਪੜ੍ਹ ਇਸ ਵਾਸਤੇ ਰਹੇ ਹਾਂ ਕਿ ਅਸੀਂ ਉਸ ਤਰ੍ਹਾਂ ਬੋਲਣ ਲੱਗ ਜਾਈਏ। ਅਸੀਂ ਸਮਝ ਇਸ ਵਾਸਤੇ ਰਹੇ ਹਾਂ ਕਿ ਅਸੀਂ ਉਸ ਤਰ੍ਹਾਂ ਹੋਣ ਲੱਗ ਜਾਈਏ। ਇਸ ਕਿਰਿਆ ਨੂੰ ਆਪਾਂ ਇੱਥੇ ਵਿਚਾਰ ਕੇ ਆਏ ਸੀ ਕਿ ਜੀਵਨ ਦੇ ਵਿੱਚ ਕਹਿੰਦੇ ਆਹ ਜਿਹੜਾ ਸਾਡੇ ਅੰਦਰ ਵਸਿਆ ਹੈ ਨਾ, ਕਹਿੰਦੇ ਮਾਲਕ ਦਾ ਜਿਹੜਾ ਖਿੱਚ ਹੈ, ਮਾਲਕ ਦਾ ਭਾਵ ਸ਼ਬਦ ਨੂੰ ਘੜਨ ਦਾ, ਇਹ ਗੁਰ ਸ਼ਬਦ ਨਾਲ ਹੀ ਘੜਿਆ ਜਾਂਦਾ। ਕਹਿੰਦੇ ਐਸੇ ਮੇਰੇ ਮਾਲਕ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਉਸ ਨਾਮ ਨੂੰ ਜਪ ਸਕਾਂ ਜਿਹੜਾ ਹਰੇਕ ਵਿੱਚ ਵਸਦਾ। ਮੇਰੇ ਮਾਲਕ ਤੂੰ ਹੈ, ਮੈਂ ਤੇਰਾ ਜ਼ਿਕਰ ਕਰ ਸਕਾਂ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ ਮੋਹਿ ਆਈ ਪਿਆਸਾ। ਮੇਰੇ ਮਨ ਦੇ ਵਿੱਚ ਐਸੀ ਪਿਆਸ ਬਣ ਆਵੇ ਨਿਤਾ ਪ੍ਰਤੀ ਕਿ ਹਰੇਕ ਵਿੱਚ ਵਸਦਾ ਹੈ ਰੱਬ ਦਾ ਭਾਵ ਮੇਰੇ ਅੰਦਰੋਂ ਉਚਾਰਨ ਹੋਵੇ। ਐਸਾ ਜਲ ਮੈਨੂੰ ਬਖਸ਼ਿਸ਼ ਕਰ, ਐਸੀ ਜੀਵਨ ਦੀ ਮੇਰੇ ਅੰਦਰ ਮੇਰੀ ਪਿਆਸ ਬੁਝਾਉਣ ਦੀ ਜਿਹੜੀ ਅਵਸਥਾ ਹੈ ਉਹ ਮੈਨੂੰ ਬਖਸ਼ਿਸ਼ ਕਰੋ। ਕਹਿੰਦੇ ਜਿਹਦੇ ਵਿੱਚ ਮੈਂ ਤੇਰਾ ਨਾਮ ਲੈ ਸਕਾਂ, ਹਰੇਕ ਵਿੱਚ ਵਸਦੇ ਰੱਬ ਦਾ ਨਾਮ ਲੈ ਸਕਾਂ, ਜਿਹਨੂੰ ਲਿੱਤਿਆਂ ਮੈਨੂੰ ਜੀਵਨ ਦਾ ਨਿਆਂ ਮਿਲੇਗਾ। ਇਹਨੂੰ ਜੀਵਨ ਦੇ ਵਿੱਚ ਕਹਿੰਦੇ ਭਾਈ ਨਾਏ ਪ੍ਰਾਪਤ ਕਰਨਾ ਕਹਿੰਦੇ ਹਨ, ਨਾਏ। ਸੋ ਇੱਥੇ ਸ਼ਬਦ ਦੀ ਸਮਾਪਤੀ ਸੀ। ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਈ ਜਾਂ ਤੇ ਤੇਰਾ ਨਾਏ ਵਾਸਾ। ਅੱਜ ਚੌਥਾ ਸ਼ਬਦ ਆਰੰਭ ਕਰਨ ਲੱਗਿਆ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਉਚਾਰਨ ਹੈ, ਜਿੱਥੇ ਮਹਾਰਾਜ ਕਹਿੰਦੇ ਹਨ ਭਾਈ ਗੌੜੀ ਰਾਗ ਤੇ ਗੌੜੀ ਜਿਹੜੀ ਪੂਰਵੀ, ਕਈ ਪ੍ਰਕਾਰ ਦੀਆਂ ਗੌੜੀਆਂ ਨੇ। ਇੱਕ ਪੂਰਵੀ ਗੌੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ ਗੌੜੀ ਪੂਰਵੀ ਵਿੱਚ। ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਆਪ ਬੋਲ ਰਹੇ ਨੇ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਜੀਵਨ ਵਿੱਚ ਆਪਣੇ ਸਰੀਰ ਦੇ ਵਿੱਚ ਕਾਮ ਤੇ ਕ੍ਰੋਧ, ਇਹ ਜਿਹੜਾ ਆਪਣਾ ਸਰੀਰ ਹੈ ਇਸ ਨਾਲ ਭਰਿਆ ਹੋਇਆ ਹੈ। ਕਹਿੰਦੇ ਇਹ ਤੋਂ ਆਪਾਂ ਕਿਵੇਂ ਛੁਟਕਾਰਾ ਪਾਈਏ? ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਗੱਲ ਦੀ ਸੋਝੀ ਬਖਸ਼ਿਸ਼ ਕਰਦੇ ਹਨ ਕਿ ਜੀਵਨ ਦੇ ਵਿੱਚ ਇਹ ਬਹੁਤ ਵੱਡਾ ਸਾਡੇ ਅੰਦਰ ਤਕਲੀਫ ਹੈ। ਮਹਾਰਾਜ ਕਹਿੰਦੇ ਭਾਈ ਕਾਮ ਤੇ ਕ੍ਰੋਧ ਹੈ ਜੀਵਨ ਨੂੰ ਖਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਕਾਮ ਕ੍ਰੋਧ ਕਾਇਆ ਕੋ ਗਲ ਹੈ, ਜਿਉ ਕੰਚਨ ਸੁਹਾਗਾ ਢਲ ਹੈ। ਸੱਚੇ ਪਾਤਸ਼ਾਹ ਕਹਿੰਦੇ ਐਸੀ ਅਵਸਥਾ ਸਾਡੇ ਸਰੀਰ ਦੀ ਹੋਈ ਹੈ। ਕਹਿੰਦੇ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ।
ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨੇ ਫਿਰ ਭਈ ਸਭ ਸੇ। ਸਾਰੇ ਸਰੀਰ ਦੀ ਕਿਰਿਆ ਨੂੰ ਖਤਮ ਕਰ ਦਿੰਦੇ। ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੂਝੈ, ਕੋਇ ਨਾ ਸੁਣੇ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰ। ਐਸੀ ਅਵਸਥਾ ਸਾਡੇ ਜੀਵਨ ਦੀ ਬਣੀ ਹੋਈ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਹਿੰਦੇ ਭਾਈ ਆ ਜਿਹੜਾ ਆਪਣਾ ਸਰੀਰ ਦੇ ਵਿੱਚ ਕਾਮ ਤੇ ਕ੍ਰੋਧ ਭਰਿਆ ਹੋਇਆ ਨਾ, ਇਹ ਕਹਿੰਦੇ ਕਿਵੇਂ ਇਹਦਾ ਖੰਡਨ ਹੋਏਗਾ, ਕਿਵੇਂ ਇਹ ਜੀਵਨ ਦੇ ਵਿੱਚ ਇਹਦਾ ਭਾਵ ਮਿਟੇਗਾ। ਕਹਿੰਦੇ ਭਾਈ ਮੇਰੇ ਸਾਧੂ ਨਾਲ ਮਿਲਣਾ। ਹੁਣ ਇਸ ਗੱਲ ਨੂੰ ਸਮਝਣਾ, ਸਾਡੇ ਅੰਦਰ ਜਿਵੇਂ ਆਪਾਂ ਕਹਿੰਦੇ ਰੱਬ ਨਾਲ ਮਿਲਣਾ, ਚੰਗੇ ਖਿਆਲਾਂ ਦੇ ਨਾਲ ਮਿਲਣਾ, ਬੁਰੇ ਖਿਆਲਾਂ ਤੋਂ ਟੁੱਟਣਾ, ਜਿਵੇਂ ਆਪਾਂ ਕਹਿੰਦੇ ਆ, ਇਸ ਗੱਲ ਨੂੰ ਪਹਿਲਾਂ ਸੁਰਤ ਨੂੰ ਇੱਥੇ ਲੈ ਕੇ ਆਓ। ਇੱਥੇ ਸਾਧੂ ਦਾ ਅਰਥ ਕੋਈ ਚੋਲਾ ਪਾਉਣ ਵਾਲੇ ਨੂੰ ਨਹੀਂ ਕਹਿ ਰਹੇ, ਕੋਈ ਵਿਸ਼ੇਸ਼ ਕੱਪੜੇ ਪਾਉਣ ਵਾਲੇ ਨੂੰ ਨਹੀਂ ਕਹਿ ਰਹੇ। ਇੱਥੇ ਸਾਧੂ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਧੂ ਅਸੀਂ ਉਸ ਨੂੰ ਕਹਿ ਰਹੇ ਹਾਂ ਜਿਹੜਾ ਜੀਵਨ ਦੇ ਵਿੱਚ ਸਾਧਨਾ ਕਰੇ, ਅਭਿਆਸੀ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਟੂਟੇ ਬੰਧਨ ਜਾਸ ਕੈ, ਹੋਆ ਸਾਧੂ ਸੰਗ, ਜੋ ਰਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਜੀਵਨ ਦੇ ਵਿੱਚ ਉਹ ਸਾਡੇ ਜਿਹੜੀ ਗੱਲ ਮਾਲਕ ਸਾਨੂੰ ਸਮਝਾਉਂਦੇ ਨੇ, ਅਸੀਂ ਉਸ ਨੂੰ ਪ੍ਰੈਕਟਿਸ ਵਿੱਚ ਲੈ ਕੇ ਆਈਏ, ਉਹਦਾ ਅਭਿਆਸ ਕਰੀਏ। ਕਹਿੰਦੇ ਸਾਧ ਮਿਲੇ ਸਾਧੂ ਜਨੈ, ਸੰਤੋਖ ਵਸੈ ਗੁਰ ਭਾਏ। ਅਕਤ ਕਥਾ ਵਿਚਾਰੀਏ, ਜੇ ਸਤਿਗੁਰ ਮਾਹੇ ਸਮਾਏ। ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਭਾਈ ਅਭਿਆਸ ਕਰੋ। ਅਭਿਆਸ ਕਰਨ ਦੇ ਨਾਲ ਹੀ ਕਹਿੰਦੇ ਇਹ ਅਵਸਥਾ ਸਾਨੂੰ ਪ੍ਰਾਪਤ ਹੋਣੀ ਹੈ। ਅਭਿਆਸੀ ਸਿੱਖ ਨੂੰ ਹੋਣਾ ਬਹੁਤ ਜ਼ਰੂਰੀ ਹੈ। ਜਿਹੜੀ ਗੱਲ ਆਪਾਂ ਸੁਣ ਰਹੇ ਹਾਂ, ਇਸ ਗੱਲ ਦਾ ਅਭਿਆਸ ਕਰਨਾ, ਪ੍ਰੈਕਟਿਸ ਕਰਨੀ। ਜੀਵਨ ਦੇ ਵਿੱਚ ਜਦੋਂ ਬੰਦਾ ਸਾਧ ਪ੍ਰੈਕਟਿਸ ਕਰਦਾ ਹੈ, ਉਸ ਵੱਲ ਧਿਆਨ ਦਿੰਦਾ ਹੈ, ਉਸ ਧਿਆਨ ਨੂੰ ਆਪਣੇ ਅੰਦਰ ਵਸਾਉਂਦਾ ਹੈ, ਤੇ ਫਿਰ ਬੰਦਾ ਸਾਧੂ ਬਣਦਾ, ਅਭਿਆਸੀ ਬਣ ਜਾਂਦਾ, ਪ੍ਰੈਕਟੀਸ਼ਨਰ ਹੋ ਜਾਂਦਾ। ਕਹਿੰਦੇ ਐਸੀ ਅਵਸਥਾ ਨਾਲ ਮਿਲਣਾ, ਆਪਣੀ ਸੁਰਤ ਨੂੰ ਉਸ ਅਵਸਥਾ ਦੇ ਨਾਲ ਜੋੜਨਾ, ਅਭਿਆਸ ਕਰਨ ਦੀ ਅਵਸਥਾ ਦੇ ਨਾਲ ਜੋੜਨਾ, ਰੋਜ਼ ਅਭਿਆਸ ਕਰਨਾ, ਜਿਹਦੇ ਨਾਲ ਇਹ ਅਵਸਥਾ ਜਿਹੜੀ ਸਾਡੇ ਨਾਲ ਕਾਮ ਤੇ ਕ੍ਰੋਧ ਜਿਹੜੀ ਨਗਰ ਦੇ ਵਿੱਚ ਭਰੀ ਹੈ, ਆਪਣੇ ਸਰੀਰ ਵਿੱਚ ਭਰੀ ਹੋਈ ਹੈ, ਜੀਵਨ 'ਚ ਭਰੀ ਹੋਈ ਹੈ, ਇਹ ਫਿਰ ਖੰਡਲ ਖੰਡਾ ਹੈ। ਇਹ ਫਿਰ ਖੰਡਿਆ ਜਾਂਦਾ ਹੈ। ਇਹ ਜਿਹੜਾ ਸਾਡੇ ਅੰਦਰ ਖੰਡਲ ਇਕੱਠਾ ਹੋਇਆ ਨਾ, ਇਹ ਇਕੱਠਾ ਖਤਮ ਹੁੰਦਾ। ਖੰਡਲ ਦਾ ਅਰਥ ਹੈ ਖਤਮ ਹੋਣਾ। ਕਹਿੰਦੇ ਇਸ ਖੰਡੇ ਨਾਲ ਇਹ ਮਿਟਦਾ। ਅਭਿਆਸ ਕਰਨ ਨਾਲ ਹੀ ਇਹ ਅਵਸਥਾ ਖਤਮ ਹੁੰਦੀ ਹੈ, ਨਹੀਂ ਤਾਂ ਮਿਟਦੀ ਨਹੀਂ ਹੈ। ਸੋ ਸਾਧੂ ਸੰਗ ਪ੍ਰਾਪਤ ਕਰਨਾ ਜੀਵਨ ਦੇ ਉਹਦਾ ਅਰਥ ਹੈ ਕਿ ਜਿਹੜੀ ਗੱਲ ਸੁਣੀ ਹੈ ਉਹਦਾ ਅਭਿਆਸ ਕਰਨਾ, ਇਹ ਬਹੁਤ ਜ਼ਰੂਰੀ ਹੈ। ਅਸੀਂ ਕੀ ਕਰ ਰਹੇ ਹਾਂ, ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗਈ ਹੈ ਨਾ, ਅਸੀਂ ਉਹ ਅਭਿਆਸ ਨਹੀਂ ਕਰ ਰਹੇ। ਗੱਲ ਯਾਦ ਰੱਖਣਾ ਪਹਿਲੀ ਗੱਲ, ਕਿ ਅਸੀਂ ਆਪਣੇ ਵਿੱਚ ਰੱਬ ਦਾ ਜਪਣ ਦਾ ਅਭਿਆਸ ਨਹੀਂ ਕਰ ਰਹੇ, ਤੇ ਨਾਲ ਦੀ ਨਾਲ ਦੂਜੇ ਵਿੱਚ ਹਰੇਕ ਵਿੱਚ ਵਸਦਾ ਹੈ ਰੱਬ ਦਾ ਅਸੀਂ ਧਿਆਨ ਨਹੀਂ ਕਰ ਰਹੇ। ਇਸ ਗੱਲ ਨੂੰ, ਸਾਰੇ ਸ਼ਬਦ ਨੂੰ ਜਿਸ ਵੇਲੇ ਆਪਾਂ ਪੜਾਂਗੇ, ਸਾਡੇ ਮੂਹਰੇ ਇਹ ਅਭਿਆਸ ਕਰਨ ਦੀ ਕਿਰਿਆ ਮੂਹਰੇ ਆਉਣੀ ਹੈ। ਸੋ ਮਹਾਰਾਜ ਕਹਿੰਦੇ ਹਨ ਭਾਈ ਇਹ ਅਭਿਆਸ ਕਰੋ। ਜਿਹੜਾ ਸ਼ਬਦ ਹੁਣ ਚੱਲ ਰਿਹਾ ਇਹਨੂੰ ਆਪਾਂ ਸੁਣੋ ਪਹਿਲਾਂ, ਕਿ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਕਾਮ ਤੇ ਕ੍ਰੋਧ ਖੰਡਿਆ ਜਾਣਾ, ਮਿਟਣਾ। ਕਹਿੰਦੇ ਪੂਰਵ ਲਿਖਤ ਲਿਖੈ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਹਿੰਦੇ ਹੁਣ ਦੇਖੋ ਇੱਥੇ ਸ਼ਬਦ ਆ ਗਿਆ, ਇੱਕ ਤਾਂ ਗੁਰ ਆ ਗਿਆ, ਇੱਕ ਹਰ ਆ ਗਿਆ, ਫਿਰ ਇੱਕ ਸ਼ਬਦ ਹੈ ਲਿਵ। ਇਹ ਤਿੰਨ ਸ਼ਬਦਾਂ ਦਾ ਪਹਿਲਾਂ ਧਿਆਨ ਰੱਖਣਾ ਜੀ, ਕਿ ਪੂਰਵ ਦਾ ਜਿਹੜਾ ਲਿਖਤ ਲਿਖੀ ਗਈ ਹੈ ਨਾ, ਕਿ ਆਪਾਂ ਨੇ ਸਭ ਨੇ ਰੱਬ ਨਾਲ ਮਿਲਣਾ, ਉਹ ਜਿਹੜਾ ਪੂਰਵ ਲਿਖਿਆ ਹੈ ਉਹ ਸਾਨੂੰ ਬਾਣੀ ਦਾ ਗੁਰ ਨੇ ਦੱਸਣਾ। ਯਾਨੀ ਬਾਣੀ ਤੋਂ ਜਿਹੜੀ ਸੋਝੀ ਆਉਣੀ ਹੈ ਉਹਨੇ ਦੱਸਣਾ। ਕੇਵਲ ਬਾਣੀ ਪੜ੍ਹਨ ਦਾ ਮਤਲਬ ਨਹੀਂ ਹੈ, ਬਾਣੀ ਸਮਝਣ ਵਾਸਤੇ ਪੜ੍ਹਨੀ। ਨਹੀਂ ਤਾਂ ਮਹਾਰਾਜ ਕਹਿੰਦੇ ਹਨ ਬਾਣੀ ਦੇ ਵਿੱਚ ਕਿ ਪੜ੍ਹੀਏ ਨਾਹੀਂ ਭੇਦ ਬੁੱਝੀਏ ਭਾਵਨਾ। ਕਹਿੰਦੇ ਪੜ੍ਹਨ ਦਾ ਕੋਈ ਮਤਲਬ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ
ਇਸ ਰੱਬ ਦੀ ਗੱਲ ਨੂੰ ਹਿਰਦੇ ਵਿੱਚ ਬੁੱਝਣਾ ਇਹ ਬਹੁਤ ਜ਼ਰੂਰੀ ਹੈ। ਸੋ ਆ ਜਿਹੜਾ ਗੁਰ ਹੈ ਇਹ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦਾ ਆਦਿ ਤੋਂ ਜਿਹੜਾ ਆਰੰਭ ਹੈ, ਤੇ ਜਦੋਂ ਤੱਕ ਸ੍ਰਿਸ਼ਟੀ ਦਾ ਅੰਤ ਹੋਣਾ, ਖਤਮ ਹੋਣਾ, ਉਦੋਂ ਤੱਕ ਆ ਗੁਰ ਜੋ ਗੁਰੂ ਤੋਂ ਸਾਨੂੰ ਮਿਲ ਰਿਹਾ, ਬਾਣੀ ਤੋਂ ਮਿਲ ਰਿਹਾ, ਇਸ ਭੇਦ ਨੂੰ ਸਮਝਣਾ, ਇਹਦੇ ਨਾਲ ਸਾਡੇ ਜਿਹੜੇ ਸਰੀਰ ਦੀ ਅਵਸਥਾ ਹੈ ਇਹ ਰੱਬ ਨਾਲ ਮਿਲੇਗੀ, ਜਿਹੜੀ ਪੂਰਬ ਲਿਖੀ ਹੋਈ ਹੈ ਮਾਲਕ ਨੇ। ਜੇ ਨਹੀਂ ਮਿਲਾਂਗੇ ਤੇ ਫਿਰ ਆਪਾਂ ਸੰਸਾਰ ਵਿੱਚ ਚੱਕਰ ਕੱਟਦੇ ਰਹਾਂਗੇ। ਸਾਡਾ ਪੂਰਬ ਇਹ ਲਿਖਿਆ ਹੋਇਆ ਕਿ ਆਪਣਾ ਸੰਸਾਰ ਦਾ ਆਵਾਗਮਨ ਖਤਮ ਹੋ ਜਾਏ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੇ ਔਰ ਗਰਭ ਬਸੇਰਾ। ਸੋ ਮਹਾਰਾਜ ਕਹਿੰਦੇ ਜਿਹੜਾ ਪੂਰਬ ਲਿਖਤ ਹੈ ਉਹ ਲਿਖਿਆ ਗੁਰ ਪਾਇਆ, ਉਹ ਗੁਰੂ ਦੇ ਦੱਸੇ ਹੋਏ ਗੁਰ ਵੱਲ ਧਿਆਨ ਦੇਵਾਂਗੇ ਨਾ ਤਾਂ ਪ੍ਰਾਪਤ ਹੋਣੀ ਹੈ। ਕਹਿੰਦੇ ਫਿਰ ਕੀ ਹੋਊਗਾ ਜਦੋਂ ਆਪਾਂ ਧਿਆਨ ਦੇਵਾਂਗੇ ਤੇ ਕੀ ਹੋਊਗਾ? ਕਹਿੰਦੇ ਮਨ ਹਰ ਲਿਵ ਮੰਡਲ ਮੰਡਾ ਹੈ। ਕਹਿੰਦੇ ਫਿਰ ਆਪਣਾ ਮਨ ਅੰਦਰ ਹਰੇਕ ਵਿੱਚ ਵਸਦੇ ਰੱਬ ਦੀ ਲਿਵ ਜੁੜੇਗੀ, ਤਾਂ ਜਾ ਕੇ ਸਾਡੇ ਅੰਦਰ ਇਹ ਜਿਹੜਾ ਮੰਡਲ ਹੈ ਨਾ, ਸਾਧੂਆਂ ਦਾ ਮੰਡਲ, ਸੰਤ ਮੰਡਲ, ਲਿਵ ਮੰਡਲ, ਹਰੇਕ ਵਿੱਚ ਵਸਦੇ ਰੱਬ ਦਾ, ਇਹ ਫਿਰ ਆਪਣੇ ਮੰਡਿਆ ਜਾਣਾ, ਯਾਨੀ ਘਰ ਕਰਨਾ, ਟਿਕਣਾ। ਇਹ ਤਾਂ ਟਿਕੇਗਾ ਨਹੀਂ। ਇਸ ਗੁਰ ਨੂੰ ਸਮਝੋ, ਇਹ ਅਭਿਆਸ ਕਰਨਾ ਆਪਾਂ ਨੇ, ਇਹਦੇ ਅਭਿਆਸੀ ਹੋਣੇ ਤਾਂ ਹੋ ਹੀ ਨਹੀਂ ਰਹੇ। ਸਾਡਾ ਅਭਿਆਸ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਘੱਟ ਬੈਠੇ ਰੱਬ ਦੇ ਕਈ ਨਾਮ ਨੇ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਸੋ ਜੇ ਅਸੀਂ ਵਾਹਿਗੁਰੂ ਸ਼ਬਦ ਬੋਲ ਰਹੇ ਹਾਂ, ਅਸੀਂ ਗੁਰੂ ਦੀ ਵਾਹ ਕਰ ਰਹੇ ਹਾਂ, ਜਿਹੜਾ ਸਾਨੂੰ ਹਰੇਕ ਰੱਬ ਦੇ ਨਾਮ ਦੇ ਨਾਲ ਜੋੜਦਾ ਹੈ, ਜੋ ਸਾਨੂੰ ਦੱਸਦਾ ਹੈ ਰੱਬ ਜੀ ਕਿ ਭਾਈ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅੱਲਾਹ। ਕਹਿੰਦੇ ਭਾਈ ਜਿਹੜੇ ਕੋਈ ਵੀ ਕੁਛ ਵੀ ਬੋਲ ਰਿਹਾ ਰੱਬ ਨੂੰ, ਰੱਬ ਦਾ ਜ਼ਿਕਰ ਕਰ ਰਿਹਾ, ਅਸੀਂ ਉਸ ਨੂੰ ਪ੍ਰਵਾਨ ਕਰੀਏ ਕਿ ਇਹ ਮੇਰੇ ਉਸ ਰੱਬ ਦਾ ਜ਼ਿਕਰ ਕਰ ਰਿਹਾ ਜਿਹੜਾ ਰੱਬ ਮੇਰੇ ਅੰਦਰ ਪ੍ਰਭ ਸਰੂਪ ਹੈ, ਤੇ ਇਹੀ ਰੱਬ ਹਰੇਕ ਵਿੱਚ ਵਸਦਾ ਹੈ, ਉਹ ਹਰ ਸਰੂਪ ਹੈ। ਪ੍ਰਭ ਤੇ ਹਰ ਦਾ ਆਪਾਂ ਇਸੇ ਸ਼ਬਦ ਦੇ ਅਖੀਰ ਦੇ ਵਿੱਚ ਦੋਨੋਂ ਸਰੂਪਾਂ ਨੂੰ ਦੇਖਾਂਗੇ। ਸੋ ਇੱਥੇ ਅਸੀਂ ਇਹ ਅਭਿਆਸ ਕਰਨਾ ਬਿਲਕੁਲ ਛੱਡ ਗਏ। ਸੋ ਇਸ ਗੱਲ ਨੂੰ ਵਿਚਾਰ ਕਰੋ। ਕਹਿੰਦੇ ਆਪਣੀ ਲਿਵ ਹਰੇਕ ਵਿੱਚ ਵਸਦੇ ਰੱਬ ਨਾਲ ਮੰਡੀ ਜਾਏ, ਇਸ ਮੰਡਲ ਵਿੱਚ ਆਵੇ, ਪਹਿਲਾਂ ਤਾਂ ਇਸ ਘਰ ਵਿੱਚ ਆਵੇ। ਸੱਚੇ ਪਾਤਸ਼ਾਹ ਕਹਿੰਦੇ ਹਨ ਹੁਣ ਅੱਗੇ, ਕਹਿੰਦੇ ਕਰ ਸਾਧੂ ਅੰਜਲੀ, ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਇਹ ਸਭ ਤੋਂ ਵੱਡਾ ਪੁੰਨ ਹੈ ਜਿਹੜਾ ਆਪਾਂ ਪੈਸਾ ਦੇਣਾ ਫਲਾਣਾ ਕਰਨਾ ਕਰਦੇ ਰਹੇ ਨਾ ਜੀ, ਇਹ ਬਹੁਤ ਵੱਡਾ ਪੁੰਨ ਹੈ, ਇਹੀ ਸਮਝਦੇ ਹੁੰਦੇ ਆ। ਕਹਿੰਦੇ ਭਾਈ ਇਹ ਪੁੰਨ ਨਹੀਂ ਹੈ। ਤੁਸੀਂ ਦੇਣ ਵਾਲੇ ਕੌਣ ਹੁੰਦੇ ਹੋ? ਆਪਾਂ ਦੇਣ ਵਾਲੇ ਕੌਣ ਹੁੰਦੇ ਆ? ਉਹ ਤਾਂ ਰੱਬ ਦਿੰਦਾ ਹੁੰਦਾ। ਜਦੋਂ ਤੱਕ ਆਪਾਂ ਦੇਣ ਵਾਲੇ ਬਣਨੇ ਹੁੰਦੇ ਆ, ਉਦੋਂ ਤੱਕ ਆਪਾਂ ਪਾਪ ਪੁੰਨ ਦੇ ਵਿੱਚ ਟਿਕੇ ਹੁੰਦੇ ਆ। ਧਿਆਨ ਰੱਖਣਾ, ਉਦੋਂ ਤੱਕ ਆਪਾਂ ਆਵਾਗਮਨ ਦੇ ਚੱਕਰ 'ਚ ਰਹਿਣੇ ਆ। ਕਹਿੰਦੇ ਭਾਈ ਇਸ ਗੱਲ ਤੋਂ ਬਚਣਾ। ਸੋ ਮਹਾਰਾਜ ਕਹਿੰਦੇ ਹਨ ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਆਪਣੇ ਅੰਦਰ ਦੋਨਾਂ ਹੱਥਾਂ ਨਾਲ ਇਹ ਅੰਜਲੀ ਕਰੋ, ਯਾਨੀ ਭੀਖ ਮੰਗਦੇ ਆ ਨਾ, ਜਿਵੇਂ ਕਹਿੰਦੇ ਆਏ ਮੰਗੋ ਭੀਖ, ਕਿ ਮਹਾਰਾਜ ਮੇਰੇ ਅੰਦਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਦਾ ਅਭਿਆਸ ਕਰਨ ਦਾ ਮੇਰਾ ਮਨ ਉਸ ਨਾਲ ਟਿਕੇ, ਐਸੀ ਭੀਖ ਦਿਓ ਮੈਨੂੰ, ਐਸੀ ਮੈਨੂੰ ਮੇਰੇ ਅੰਦਰ ਐਸੀ ਅਵਸਥਾ ਦੇ ਅੰਦਰ ਟਿਕਾਓ ਮੇਰੇ, ਇਹ ਦਾਨ ਤੁਹਾਡਾ। ਹੁਣ ਦੋ ਹੱਥਾਂ ਨਾਲ ਜਦੋਂ ਆਪਾਂ ਮੰਗਦੇ ਹਾਂ, ਉਹਦਾ ਅਰਥ ਹੈ ਅੰਜਲੀ ਦਾ ਅਰਥ ਹੈ ਦੋਨੋਂ ਹੱਥਾਂ ਨਾਲ ਮੰਗਣਾ। ਕਹਿੰਦੇ ਭਾਈ ਅਭਿਆਸ ਦੀ ਕਿਰਿਆ ਨੂੰ, ਅਭਿਆਸੀ ਬਣਨ ਦੀ ਕਿਰਿਆ ਨੂੰ ਦੋਨੋਂ ਹੱਥਾਂ ਨਾਲ ਮੰਗਣ ਦਾ ਅਰਥ ਸਮਝਣਾ। ਸੁੱਖ ਤੇ ਦੁੱਖ ਦੇ ਵਿੱਚ, ਅੰਦਰ ਤੇ ਬਾਹਰ, ਕਹਿੰਦੇ ਇਹ ਦੋ ਹੱਥ ਨੇ ਆਪਣੇ ਜੀਵਨ ਦੇ। ਧਿਆਨ ਰੱਖਣਾ, ਸੁੱਖ ਦੁੱਖ, ਅੰਦਰ ਬਾਹਰ, ਨਿਰਗੁਣ ਸਰਗੁਣ, ਹੈ ਨਾ। ਇਹਨਾਂ ਸਾਰੇ ਅਵਸਥਾਵਾਂ ਦੇ ਵਿੱਚ ਜਿਹਦੇ ਨਾਲ ਆਪਣਾ ਜੀਵਨ ਚੱਲ ਰਿਹਾ, ਦੋਨੋਂ ਦੁਨੀਆ ਨੇ ਦੋ ਨੀਹਾਂ ਤੇ ਟਿਕਿਆ ਹੋਇਆ। ਐਸੀ ਅੰਜਲੀ ਕਰੋ ਕਿ ਅਸੀਂ ਮਹਾਰਾਜ ਦਾ ਐਸਾ ਅਭਿਆਸ ਕਰ ਸਕੇ ਜੋ ਮਹਾਰਾਜ ਸਾਨੂੰ ਦੱਸ ਰਹੇ ਨੇ, ਜਿਹਦੇ ਨਾਲ ਪੂਰਬ ਲਿਖਤ ਪ੍ਰਾਪਤ ਹੋਵੇ। ਸੋ ਮਹਾਰਾਜ ਕਹਿੰਦੇ ਕਰ ਸਾਧੂ ਅੰਜਲੀ, ਇਹ ਸਭ ਤੋਂ ਵੱਡਾ ਪੁੰਨ ਹੈ। ਕਹਿੰਦੇ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਕਹਿੰਦੇ ਭਾਈ ਇਸ ਅੱਗੇ ਆਪਣੇ ਆਪ ਨੂੰ ਪੂਰਾ ਡੰਡੌਤ ਕਰਦੇ, ਯਾਨੀ ਸਮਰਪਣ ਹੋ ਜਾ, ਪੂਰਨ ਤੌਰ ਤੇ ਸਮਰਪਣ ਹੋ ਜਾ, ਸਭ ਤੋਂ ਵੱਡਾ ਇਹ ਭਾਈ ਪੁੰਨ ਹੈ। ਉਹਦਾ ਅਰਥ ਹੈ ਕਿ ਅਭਿਆਸੀ ਹੋ ਜਾ, ਇਸ ਗੱਲ ਨੂੰ ਮੰਨ ਲੈ, ਐਸਾ ਤੂੰ ਆਪਣੇ ਆਪ ਨੂੰ ਟਿਕਾ ਲੈ। ਸੋ ਕਹਿੰਦੇ ਇਹ ਸਭ ਤੋਂ ਵੱਡਾ ਮਹਾਰਾਜ ਕਹਿੰਦੇ ਭਾਈ ਰਹਾਉ ਦੀ ਪੰਕਤੀ ਹੈ।
ਕਹਿੰਦੇ ਇੱਕ ਤਾਂ ਅਭਿਆਸੀ ਹੋਣਾ ਸਭ ਤੋਂ ਵੱਡਾ ਪੁੰਨ ਹੈ। ਕਹਿੰਦੇ ਇਹਦੇ ਅੱਗੇ ਸਮਰਪਿਤ ਹੋ ਜਾਣ, ਡੰਡੌਤ ਕਰਦੇ ਨੇ। ਕਹਿੰਦੇ ਭਾਈ ਇਹਨੂੰ ਨਮਸਕਾਰ ਕਰਦੇ ਨਹੀਂ। ਅਭਿਆਸ ਨੂੰ ਜੀਵਨ ਦੇ ਵਿੱਚ ਪ੍ਰਾਪਤ ਕਰਨ ਵਾਸਤੇ ਕਹਿੰਦੇ ਭਾਈ ਆਪਣਾ ਆਪਾ ਮਿਟਾ ਦੇਣਾ। ਸੋ ਮਹਾਰਾਜ ਇਸ ਰਹਾਉ ਦੀ ਪੰਕਤੀ ਨੂੰ ਇੱਥੇ ਸਮਝਾਉਣਾ ਕਰ ਰਹੇ ਨੇ। ਇਸ ਦੇ ਇਰਦ ਗਿਰਦ ਸਾਰਾ ਸ਼ਬਦ ਚੱਲ ਰਿਹਾ। ਸੋ ਹੁਣ ਅੱਗੇ ਮਹਾਰਾਜ ਕਹਿਣਗੇ, ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਕਹਿੰਦੇ ਆ ਜਿਹੜਾ ਹਰੇਕ ਵਿੱਚ ਵਸਣ ਵਾਲੇ ਰੱਬ ਦਾ ਕਹਿੰਦੇ ਧਿਆਨ ਰੱਖਣਾ, ਉਹਦੇ ਨਾਲ ਲਿਵ ਜੋੜਨੀ, ਉਹਦੇ ਪ੍ਰਤੀ ਜ਼ਿਕਰ ਕਰਨਾ, ਇਹ ਸਾਕਤ ਜਨ ਨਹੀਂ ਕਰਦੇ। ਕਹਿੰਦੇ ਹੁਣ ਆਪਾਂ ਗੁਰਮੁਖ ਹਾਂ, ਗੁਰਬਾਣੀ ਤੋਂ ਗੁਰਮਤ ਧਾਰਨ ਕਰਦੇ ਹਾਂ, ਤੇ ਅਸੀਂ ਹਰੇਕ ਵਿੱਚ ਵਸਦੇ ਹੋਏ ਰੱਬ ਦਾ ਜ਼ਿਕਰ ਕਦੇ ਕਰਦੇ ਹਾਂ? ਕਦੇ ਨਹੀਂ ਕਰਦੇ। ਜਦੋਂ ਕੋਈ ਵੀ ਕੰਮ ਕਰਦਾ ਹੋਵੇ, ਮਾਤਾ ਕਰਦੀ ਹੋਵੇ, ਪਿਤਾ ਕਰਦਾ ਹੋਵੇ, ਭੈਣ ਭਾਈ ਸਾਖ ਸੰਬੰਧੀ ਜੋ ਵੀ ਕੰਮ ਕਰਦਾ ਹੈ, ਅੱਛੇ ਕੰਮ ਕਰਦਾ ਹੈ, ਅਸੀਂ ਸਾਡੇ ਉਸ ਰੱਬ ਦੇ ਨਾਲ ਲਿਵ ਜੁੜੀ ਹੋਣੀ ਚਾਹੀਦੀ ਹੈ ਕਿ ਇਹ ਰੱਬ ਕਰ ਰਿਹਾ। ਇਹਨਾਂ ਵਿੱਚੋਂ ਇਹ ਗਿਆਨ ਗੁਰੂ ਤੇ ਗੁਰ ਤੋਂ ਅਸੀਂ ਪ੍ਰਾਪਤ ਕੀਤਾ ਹੈ, ਇਹ ਅਸੀਂ ਕਰ ਹੀ ਨਹੀਂ ਰਹੇ। ਸੋ ਮਹਾਰਾਜ ਕਹਿੰਦੇ ਭਾਈ ਇਹ ਸਾਡੀ ਅਵਸਥਾ ਤਾਂ ਸਾਕਤਾਂ ਵਰਗੀ ਹੋ ਗਈ। ਸਾਕਤ ਦਾ ਅਰਥ ਹੈ ਜਿਹੜਾ ਕਹਿੰਦਾ ਇਹ ਰੱਬ ਥੋੜੀ ਕਰ ਸਕਦਾ। ਸਾਕਤ ਇਹ ਰੱਬ ਥੋੜੀ ਕਰ ਸਕਦਾ, ਐਸਾ ਰੱਬ ਨਹੀਂ ਕਰ ਸਕਦਾ, ਹੈ ਨਾ। ਕਤ ਦਾ ਅਰਥ ਹੈ ਨਹੀਂ, ਕਿਵੇਂ ਕਰ ਸਕਦਾ। ਸਾ ਦਾ ਅਰਥ ਉਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਚੰਗਾ ਕੰਮ ਹੋਵੇ ਇਹ ਬੰਦੇ ਨੇ ਕੀਤਾ, ਰੱਬ ਨੇ ਥੋੜੀ ਕੀਤਾ। ਕਿਸੇ ਬੰਦੇ ਨੂੰ ਪੁੱਛ ਕੇ ਦੇਖੋ, ਬੰਦਾ ਕਹਿੰਦਾ ਮੈਂ ਕੀਤਾ, ਰੱਬ ਨੇ ਥੋੜੀ ਕੀਤਾ, ਤਾਂ ਮੇਰਾ ਕੀਤਾ ਹੈ। ਐਸਾ ਹਰੇਕ ਬੰਦਾ ਦੁਨੀਆ ਦੇ ਉੱਤੇ ਬੋਲੀ ਜਾ ਰਿਹਾ ਹੈ, ਚਾਹੇ ਉਹ ਬਾਣੀ ਪੜ੍ਹ ਰਿਹਾ ਹੈ, ਚਾਹੇ ਉਹ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਗੁਰਮੁਖ ਕਹਾ ਰਿਹਾ ਹੈ, ਗ੍ਰੰਥੀ ਕਹਾ ਰਿਹਾ, ਕਥਾਕਾਰ ਕਹਾ ਰਿਹਾ। ਮਹਾਰਾਜ ਕਹਿੰਦੇ ਭਾਈ ਇਹ ਰੱਬ ਦਾ ਥੋੜੀ ਕੀਤਾ ਤਾਂ ਮੇਰਾ ਕੀਤਾ ਕਹੀ ਜਾਂਦੇ। ਇਹਨੂੰ ਸਾਕਤ ਕਹਿੰਦੇ। ਇਹੀ ਸਾਕਤ ਹੈ। ਕਹਿੰਦੇ ਜਿਹੜਾ ਸਾਕਤ ਹੈ ਉਹ ਹਰੇਕ ਵਿੱਚ ਵਸਦੇ ਰੱਬ ਦਾ ਰਸ ਦਾ ਸਵਾਦ ਨਹੀਂ ਜਾਣ ਰਿਹਾ, ਉਹਨੇ ਜਾਣਿਆ ਹੀ ਨਹੀਂ ਹੈ। ਕਹਿੰਦੇ ਸਾਕਤ ਹਰ ਰਸ ਸਾਧ ਨਾ ਜਾਣਿਆ। ਕਹਿੰਦੇ ਕਿਉਂ ਨਹੀਂ ਜਾਣਿਆ ਮਹਾਰਾਜ? ਕਹਿੰਦੇ ਤਿੰਨ ਅੰਤਰ ਹਉਮੈ ਕੰਡਾ ਹੈ। ਉਹਨਾਂ ਵਿੱਚ ਕੰਡਾ ਹੈ ਹਉਮੈ ਦਾ। ਜੇ ਮੈਂ ਕਹਤਾ ਕਿ ਰੱਬ ਨੇ ਕੀਤਾ, ਫਿਰ ਮੈਂ ਕੀ ਕੀਤਾ ਕਹੂੰਗਾ ਮੈਂ। ਉਹ ਜਿਹੜੀ ਮੈਂ ਕੀ ਕਰਕੇ ਦਿਖਾਉਣ ਦੀ ਜਿਹੜਾ ਸਾਡੇ ਅੰਦਰ ਅਗਿਆਨਤਾ ਦੀ ਬੁੱਧੀ ਹੈ ਨਾ, ਇਹਨੂੰ ਸਾਕਤ ਕਹਿੰਦੇ। ਇਹੀ ਹਉਮੈ। ਇਹ ਜਿਸ ਦਿਨ ਹਉਮੈ ਮਰ ਜਾਏਗੀ ਆਪਾਂ ਸਭ ਰੱਬ ਵਰਗੇ ਹੋ ਜਾਵਾਂਗੇ। ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ ਦਾਰੂ ਭੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਿਹੜਾ ਗੁਰ ਸ਼ਬਦ ਨੂੰ ਕਮਾਉਂਦਾ ਅਭਿਆਸੀ ਬਣਦਾ ਹੈ, ਜੋ ਗੁਰੂ ਸਾਨੂੰ ਗੁਰ ਦੇ ਰਹੇ ਨੇ, ਜੁਗਤ ਦੱਸ ਰਹੇ ਨੇ, ਜਿਵੇਂ ਬੋਲ ਰਹੇ ਨੇ ਉਸ ਤਰ੍ਹਾਂ ਜੇ ਆਪਣਾ ਮਨ ਅਭਿਆਸੀ ਬਣਦਾ ਹੈ, ਫਿਰ ਮਹਾਰਾਜ ਕਹਿੰਦੇ ਹਨ ਭਾਈ ਇਹ ਜੀਵਨ ਵਿੱਚ ਹਰੇਕ ਵਿੱਚ ਵਸਦੇ ਰੱਬ ਦਾ ਕਹਿੰਦੇ ਸਵਾਦ ਲੈਂਦਾ ਹੈ। ਨਹੀਂ ਤਾਂ ਇਹ ਬੰਦੇ ਦਾ ਹੀ ਕਹਿੰਦੇ ਜ਼ਿਕਰ ਕਰਦਾ, ਇਹ ਤਾਂ ਬੰਦੇ ਨੇ ਕੀਤਾ ਜੀ, ਇਹ ਫਲਾਣੇ ਨੇ ਕੀਤਾ, ਤਾਂ ਮੈਂ ਕਰਤਾ ਜਾਂ ਐਂ ਕਰੀ ਜਾਂਦੇ। ਸੋ ਮਹਾਰਾਜ ਕਹਿੰਦੇ ਸਾਕਤ ਹਰ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਕਹਿੰਦੇ ਜਿਉਂ ਜਿਉਂ ਫਿਰ ਜੀਵਨ ਚੱਲਦਾ, ਇੱਕ ਤਾਂ ਦੁੱਖ ਪਾਉਂਦਾ, ਫਿਰ ਉੱਤੇ ਫਿਰ ਜਮ ਦੇ ਕਾਲ ਦਾ ਕਹਿੰਦੇ ਭਾਈ ਇਹਦੇ ਸਿਰ ਤੇ ਡੰਡਾ ਬਣਿਆ ਰਹਿੰਦਾ। ਕਹਿੰਦੇ ਭਾਈ ਫਿਰ ਇਹਨੂੰ ਜਮਾਂ ਨੇ ਕਾਲ ਨੂੰ, ਜਿਵੇਂ ਕਾਲ ਨੇ ਖਾ ਜਾਣਾ ਨਾ ਇਹਨੂੰ, ਫਿਰ ਜਮਾਂ ਦੇ ਫਿਰ ਇਹਨੂੰ ਹੋਰ ਅਤਿਆਚਾਰ ਇਹਦੇ ਉੱਤੇ ਹੋਣੇ, ਇਹਨੇ ਫਿਰ ਦੁਖੀ ਹੋਣਾ, ਫਿਰ ਰੋਊਗਾ। ਕਹਿੰਦੇ ਭਾਈ ਇਸ ਗੱਲ ਨੂੰ ਸਮਝੋ। ਕਹਿੰਦੇ ਜਿਵੇਂ ਜਿਵੇਂ ਸੰਸਾਰ ਵਿੱਚ ਇਹ ਮੈਂ ਕਰਕੇ ਚੱਲਦਾ ਹੈ, ਇਹਦੇ ਅੰਦਰ ਉਤਨਾ ਹੀ ਫਿਰ ਦੁਖੀ ਰਹਿੰਦਾ। ਕਹਿੰਦੇ ਜਬ ਲਗ ਜਾਣੇ ਮੁਝ ਤੇ ਕੱਛ ਹੋਏ, ਤਬ ਇਸਕੋ ਸੁਖ ਨਹੀਂ ਕੋਏ। ਜੇ ਇਹ ਕਹਿੰਦਾ ਜੀ ਮੈਂ ਕੁਝ ਕੀਤਾ, ਉਹਦਾ ਅਰਥ ਇਹਨੂੰ ਸੁੱਖ ਨਹੀਂ ਮਿਲਣਾ, ਉਹਦਾ ਅਰਥ ਦੁੱਖ ਮਿਲ ਰਿਹਾ। ਸੋ ਮਹਾਰਾਜ ਕਹਿੰਦੇ ਜਿਉਂ ਜਿਉਂ ਚੱਲਦਾ ਨਾ ਜੀਵਨ 'ਚ ਮੈਂ ਕੀਤਾ ਕਰਕੇ, ਉਦੋਂ ਤੱਕ ਇਹ ਦੁੱਖ ਭੋਗਦਾ ਰਹੂਗਾ, ਦੁੱਖ ਦਾ ਇਹਨੂੰ ਚੋਭ ਚੁਭਦੀ ਰਹਿਣੀ ਹੈ। ਸੋ ਮਹਾਰਾਜ ਕਹਿੰਦੇ ਜਮਕਾਲ ਸਹਿ ਸਿਰ ਡੰਡਾ ਹੈ। ਜਮਾਂ ਦੇ ਕਾਲ ਦਾ ਫਿਰ ਇਹਦੇ ਸਿਰ ਤੇ ਡੰਡਾ ਪੈਂਦਾ ਰਹਿਣਾ, ਫਿਰ ਦੁੱਖ ਭੋਗਦਾ ਰਹੂਗਾ ਇਹ। ਹਰ ਜਨ ਹਰ ਹਰ ਨਾਮ ਸਮਾਨੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਕਹਿੰਦੇ ਜਿਹੜਾ ਹਰੇਕ ਵਿੱਚ ਵਸਦਾ ਹੈ ਰੱਬ ਦਾ ਜਨ ਹੈ, ਉਹ ਹਰੇਕ ਵਿੱਚ ਵਸਦੇ ਹੋਏ ਰੱਬ ਦਾ ਹਰ ਕੰਮ ਰੱਬ ਕਰ ਰਿਹਾ ਕਰਕੇ ਉਹਦਾ ਨਾਮ ਲੈਣ ਦੇ ਵਿੱਚ ਸਮਾਇਆ ਰਹਿੰਦਾ ਹੈ। ਕਹਿੰਦੇ ਉਹਦੇ ਫਿਰ ਅੰਦਰੋਂ ਦੁੱਖ ਕਹਿੰਦੇ ਜਿਹੜਾ ਹੁੰਦਾ ਨਾ ਜਨਮ ਤੇ ਮਰਨ ਦਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਖਤਮ ਹੋ ਜਾਂਦਾ, ਭਵ ਖੰਡਾ ਹੈ। ਯਾਨੀ ਉਹਦਾ ਜੀਵਨ ਦੇ ਵਿੱਚ ਭਵਨਾ ਮਿਟ ਜਾਂਦਾ, ਆਵਾਗਮਨ ਖਤਮ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ
ਐਸੀ ਅਵਸਥਾ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਜੀਵਨ ਦੇ ਵਿੱਚ ਜਿਹੜਾ ਆਪਣੇ ਅੰਦਰ ਦੁੱਖ ਹੈ ਆਵਾਗਮਨ ਦਾ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਉਹ ਮਿਟਣਾ ਚਾਹੀਦਾ, ਉਹ ਦੂਰ ਹੋਣਾ ਚਾਹੀਦਾ। ਨਹੀਂ ਤਾਂ ਬਹੁਤ ਵੱਡਾ ਦੁੱਖ ਹੈ, ਆਉਂਦਾ ਜਾਂਦਾ ਜਿਹੜਾ ਬੰਦਾ ਰਹਿੰਦਾ ਹੈ, ਇਹ ਤਕਲੀਫ ਜਿਹੜੀ ਸਹਿੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੇ ਔਰ ਗਰਭ ਵਸੇਰਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹੀ ਜਨਮ ਮਰਨ ਦੇ ਚੱਕਰ ਦੇ ਵਿੱਚ ਬੰਦਾ, ਆਵਾਗਮਨ ਦੇ ਚੱਕਰ ਵਿੱਚ ਬੰਦਾ ਦੁੱਖ ਭੋਗਦਾ ਰਹਿੰਦਾ। ਮਹਾਰਾਜ ਕਹਿੰਦੇ ਭਾਈ ਇਹ ਮਿਟਣਾ ਚਾਹੀਦਾ ਹੈ। ਇਹ ਮਿਟੇਗਾ ਹੀ ਤਾਂ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਸ਼ਬਦਾਂ ਨੂੰ ਸਾਡਾ ਮਨ ਹਿਰਦੇ 'ਚ ਵਸਾਏਗਾ। ਮਹਾਰਾਜ ਕਹਿੰਦੇ ਹਨ ਭਾਈ ਇਸ ਗੱਲ ਨੂੰ ਵਿਚਾਰਿਓ। ਇੱਥੇ ਮਹਾਰਾਜ ਸਾਨੂੰ ਫਰਮਾਨ ਕਰ ਰਹੇ ਨੇ, ਕਹਿੰਦੇ ਦੁੱਖ ਜਨਮ ਮਰਨ ਭਵ ਖੰਡਾ ਹੈ। ਭਵ ਦਾ ਅਰਥ ਹੈ ਭਾਵਨਾ, ਮਿਟ ਜਾਂਦਾ ਹੈ। ਕਹਿੰਦੇ ਜੇ ਇਹਦੇ ਹਿਰਦੇ ਵਿੱਚ ਹਰੇਕ ਵਿੱਚ ਵਸਦੇ ਰੱਬ ਦਾ ਨਾਮ ਵਸ ਜਾਏ, ਉਹਦਾ ਜ਼ਿਕਰ ਵਸ ਜਾਏ। ਸੋ ਅਗਲਾ ਸ਼ਬਦ ਹੁਣ ਮਹਾਰਾਜ ਕਹਿਣਗੇ ਭਾਈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਜਿਹਦੇ ਹਿਰਦੇ ਵਿੱਚ ਹਰੇਕ ਵਿੱਚ ਵਸਦੇ ਰੱਬ ਦਾ ਜ਼ਿਕਰ ਹੋਣ ਲੱਗ ਜਾਏ, ਕਹਿੰਦੇ ਉਹ ਫਿਰ ਉਸ ਪੁਰਖ ਨੂੰ ਪ੍ਰਾਪਤ ਕਰਦਾ ਜੋ ਅਬਨਾਸੀ ਹੈ, ਜੋ ਕਦੇ ਨਾ ਮਰਦਾ ਹੈ ਤੇ ਨਾ ਜਨਮ ਲੈਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਐਸੇ ਪੁਰਖ ਨੂੰ ਜੀਵਨ ਦੇ ਵਿੱਚ ਧਿਆਉਣਾ ਕਰੋ। ਐਸੇ ਪੁਰਖ ਜਿਹੜਾ ਜੀਵਨ ਦੇ ਵਿੱਚ ਆਵਾਗਮਨ ਦੇ ਚੱਕਰ ਤੋਂ ਸਾਨੂੰ ਮਿਟਾਉਂਦਾ ਹੈ। ਨਹੀਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਬੰਦਾ ਇਸੇ ਕਿਰਿਆ ਦੇ ਵਿੱਚ ਫਸ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਇਸ ਪੁਰਖ ਨੂੰ ਜਾਣੋ। ਕਹਿੰਦੇ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਭਾਈ। ਕਹਿੰਦੇ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ। ਐਸਾ ਜਾਣੋ ਕਿ ਆਪਾਂ ਸਭ ਜੀਵ ਰੂਪੀ ਇਸਤਰੀਆਂ ਹਾਂ, ਸਭ ਦੇ ਵਿੱਚ ਇੱਕੋ ਹੀ ਪੁਰਖ ਸਮਾ ਰਿਹਾ ਹੈ। ਏਕ ਭਾਏ ਦੇਖੋ ਸਭ ਨਾਰੀ ਕਿਆ ਜਾਣੋ ਸਹਿ ਕੌਣ ਪਿਆਰੀ। ਕਹਿੰਦੇ ਐਸਾ ਮੇਰਾ ਰੱਬ ਆਪਾਂ ਨੂੰ ਜੀਵ ਰੂਪੀ ਇਸਤਰੀ ਜਾਣਦਾ ਹੈ। ਧਿਆਨ ਰੱਖਣਾ। ਕਹਿੰਦੇ ਜਿੰਨੀ ਪੁਰਖੀ ਸਤਿਗੁਰ ਨਾ ਸੇਵਿਓ। ਹੁਣ ਇੱਥੇ ਜਾਣ ਰੱਖਿਓ, ਜਿਨ੍ਹਾਂ ਨੇ ਐਸੇ ਪੁਰਖ ਨੂੰ ਆਪਣੇ ਅੰਦਰ ਕਹਿੰਦੇ ਸਤ ਕਰਕੇ ਗੁਰੂ ਦੇ ਦੱਸੇ ਹੋਏ ਗੁਰ ਵਾਂਗੂ ਸਮਝ ਕੇ ਨਹੀਂ ਸੇਵਿਆ, ਸੇ ਦੁਖੀਏ ਜੁਗਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ। ਕਹਿੰਦੇ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨਹਾਰ। ਮਨ ਮੇਰੇ ਸਦਾ ਹਰ ਵੇਖ ਹਦੂਰ। ਹਰੇਕ ਵਿੱਚ ਵਸਦੇ ਰੱਬ ਨੂੰ ਆਪਣੇ ਅੰਗ ਸੰਗ ਜਾਣ। ਜਿੱਥੇ ਜਿੰਨਾ ਮਰਜ਼ੀ ਤੋਂ ਵੱਡਾ ਹੋ ਜਾਏ ਰੱਬ ਤੋਂ ਦੂਰ ਨਹੀਂ ਜਾ ਸਕਦਾ। ਕਹਿੰਦੇ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ। ਕਹਿੰਦੇ ਜਿਹਦੇ ਨਾਲ ਤੇਰਾ ਆਵਾਗਮਨ ਖਤਮ ਹੋ ਜਾਏਗਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਜੀਵਦਾ ਪੁਰਖ ਧਿਆਇਆ ਅਮਰਾ ਪਦ ਹੋਈ। ਕਹਿੰਦੇ ਜਿਉਂਦੇ ਪੁਰਖ ਨੂੰ ਧਿਆਓ, ਜਿਉਂਦੇ ਪੁਰਖ। ਕਹਿੰਦੇ ਆਪਾਂ ਕਿਸੇ ਮੂਰਤੀ ਦੀ ਪੂਜਾ ਨਾ ਕਰਿਓ। ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਇਹ ਗੱਲ। ਕਹਿੰਦੇ ਪੂਰੇ ਗੁਰ ਵਿਖਾਲਿਆ ਸ਼ਬਦੇ ਸੋਝੀ ਪਾਈ ਪੁਰਖੇ ਸੇਵੇ ਸੇ ਪੁਰਖ ਹੋਵੇ ਜਿਨੀ ਹਉਮੈ ਸ਼ਬਦ ਜਲਾਈ। ਇਸ ਗੱਲ ਨੂੰ ਵਿਚਾਰਿਓ ਕਿ ਭਾਈ ਆਪਣਾ ਜਨਮ ਮਰਨ ਮਿਟਣਾ ਚਾਹੀਦਾ। ਕਹਿੰਦੇ ਜਨਮ ਮਰਨ ਕਾ ਭਾਓ ਗਿਆ ਭਾਓ ਭਗਤ ਗੋਪਾਲ। ਸੱਚੇ ਪਾਤਸ਼ਾਹ ਸਾਨੂੰ ਇਸ ਜਨਮ ਮਰਨ ਦੇ ਖਿਆਲ ਤੋਂ ਸਮਝਾਉਣਾ ਕਰ ਰਹੇ ਨੇ। ਕਹਿੰਦੇ ਭਾਈ ਜਨਮ ਮਰਨ ਤਾਂ ਸਾਡੇ ਅੰਦਰ ਟਿਕਿਆ ਰਹਿੰਦਾ ਹੈ ਕਿਉਂਕਿ ਅਸੀਂ ਪੁਰਖ ਦੀ ਬੰਦਗੀ ਨਹੀਂ ਕਰ ਰਹੇ। ਜੋ ਹਰੇਕ ਵਿੱਚ ਵਸਦਾ ਹੈ ਰੱਬ, ਅਸੀਂ ਉਹਦਾ ਧਿਆਨ ਧਰ ਕੇ ਉਸ ਬੰਦਗੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਸੋ ਸੱਚੇ ਪਾਤਸ਼ਾਹ ਸਾਨੂੰ ਇੱਥੇ ਇਹ ਬਾਰ-ਬਾਰ ਸਮਝਾਉਣਾ ਕਰ ਰਹੇ ਨੇ ਕਿ ਜਦੋਂ ਵੀ ਰੱਬ ਦੀ ਬੰਦਗੀ ਕਰੋ ਉਹਨੂੰ ਸਭ ਦੇ ਵਿੱਚ ਜਾਣੋ। ਕਿਸੇ ਮੂਰਤੀ ਦੀ ਬੰਦਗੀ ਨਾ ਕਰੋ, ਕਿਸੇ ਬੜੀ ਮਸਾਨ ਦੀ ਬੰਦਗੀ ਨਾ ਕਰੋ। ਕਹਿੰਦੇ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਜੋ ਪਾਥਰ ਕੀ ਪਾਈ ਪਾਏ ਤਾਂ ਕਿ ਘਾਲ ਅਜਾਈ ਜਾਏ। ਕਿਸੇ ਮੂਰਤੀ ਦੀ ਕੋਈ ਤਸਵੀਰ ਦਾ ਕਹਿੰਦੇ ਭਾਈ ਫੋਟੋ ਦੀ ਤਸਵੀਰ ਦੀ ਬੰਦਗੀ ਨਹੀਂ ਕਰਨੀ। ਠਾਕੁਰ ਹਮਰਾ ਸਤ ਬੋਲਨਤਾ। ਸਾਡਾ ਰੱਬ ਬੋਲਦਾ ਹੈ। ਸਭ ਹੈ ਘਟ ਰਾਮ ਬੋਲੇ ਰਾਮਾ ਬੋਲੇ। ਕਹਿੰਦੇ ਠਾਕੁਰ ਹਮਰਾ ਸਤ ਬੋਲਨਤਾ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਕਹਿੰਦੇ ਜਿਹੜਾ ਪ੍ਰਭ ਹੈ ਨਾ ਪਰਮੇਸ਼ਰ ਜੋ ਆਪਣੇ ਸਰੀਰ ਵਿੱਚ ਵਸਦਾ ਸਭ ਨੂੰ ਉਹੀ ਦਾਨ ਦਿੰਦਾ। ਅੰਤਰ ਦਿਓ ਨਾ ਜਾਣੇ ਅੰਧ ਭਰਮ ਕਾ ਮੋਇਆ ਪਾਵੇ ਫੰਦ।
ना पाथर बोलै ना किछ दे, फोकट कर्म ने फल हैसे। कहने भाई ऐसी कदे भुल के ऐसी बंदगी नहीं करनी। महाराज कहते जिसको पूजो दूजा नदर ना आई, कहने किस हाँ पूजो, कहने दूजा नदर ना आई। कहने एक है पाथर कीजै भाओ, दूजे पाथर धरिए पाओ, जे हो दियो ਤਾਂ ਉਹ ਵੀ ਦੇਵਾ। ਕਹਿ ਨਾਮਦੇਵ ਹਮ ਹਰ ਕੀ ਸੇਵਾ, ਅਸੀਂ ਹਰ ਕੀ ਸੇਵਾ ਵਿੱਚ ਲੱਗੀਏ, ਹਰ ਕੀ ਹਰੇਕ ਵਿੱਚ ਵਸਦੇ ਰੱਬ ਦੀ ਸੇਵਾ ਵਿੱਚ ਲੱਗੀਏ। ਜੀਵਨ ਵਿੱਚ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਿਆਈ ਨਾਈ, ਓਇਲੇ ਜਾਰੇ ਓਇਲੇ ਗਾੜੇ, ਤੇਰੀ ਗਤ ਦੋਹੂ ਨਾ ਮਨ ਰੇ ਸੰਸਾਰ ਅੰਧ ਗਏ, ਚੌਦਿਸ ਪਸਰਿਓ ਹੈ ਜਮ ਜੀਵਨ। ਕਹਿੰਦੇ ਐਸੀ ਅਵਸਥਾ ਨੂੰ ਹਿਰਦੇ 'ਚ ਬੂਝੋ। ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰ ਰਹੇ ਨੇ। ਕਹਿੰਦੇ ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਕਹਿੰਦੇ ਜਿਹੜਾ ਕਦੇ ਨਾਸ ਨਾ ਹੋਣ ਵਾਲਾ, ਐਸੇ ਪੁਰਖ ਨੂੰ ਕਹਿੰਦੇ ਪਰਮੇਸ਼ਰ ਨੂੰ, ਜੋ ਪਰਮ ਐਸ਼ ਸੁਖ ਦੇਣ ਵਾਲਾ ਮਾਲਕ ਹੈ, ਉਹਨੂੰ ਪ੍ਰਾਪਤ ਕੀਤਾ। ਫਿਰ ਜਿਸ ਵੇਲੇ ਮੈਂ ਐਸਾ ਅਭਿਆਸ ਕਰਨ ਲੱਗਿਆ, ਕੈਸਾ ਅਭਿਆਸ, ਹਰ ਜਨ ਹਰ ਹਰ ਨਾਮ ਸਮਾਨੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੋਭ ਖੰਡ ਬ੍ਰਹਮੰਡ ਹੈ। ਕਹਿੰਦੇ ਫਿਰ ਇਸ ਖੰਡ ਤੇ ਬ੍ਰਹਮੰਡ ਦੇ ਵਿੱਚ ਸੋਭਾਇਮਾਨ ਹੁੰਦਾ ਹੈ। ਕਹਿੰਦੇ ਭਾਈ ਇਹ ਸੰਸਾਰ ਰਚਿਆ, ਇਸ ਐਸੀਆਂ ਕਈ ਕਰਮ ਭੂਮੀਆਂ ਹਨ, ਇਹ ਰੱਬ ਨੇ ਰਚੀਆਂ ਇਸ ਵਾਸਤੇ ਨੇ ਕਿ ਆਪਾਂ ਉਸ ਪੁਰਖ ਦੀ ਬੰਦਗੀ ਕਰ ਸਕੀਏ, ਬਾਕੀ ਆਪਣੇ ਆਪ ਨੂੰ ਜੀਵ ਰੂਪੀ ਇਸਤਰੀ ਜਾਣੀਏ। ਕਹਿੰਦੇ ਭਾਈ ਹਰੇਕ ਵਿੱਚ ਰੱਬ ਨੂੰ ਦੇਖ ਸਕੀਏ। ਸੋ ਮਹਾਰਾਜ ਕਹਿੰਦੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਦੇਖੋ ਹੁਣ ਦੋਨੋਂ ਸ਼ਬਦ ਆ ਗਏ, ਪ੍ਰਭ ਤੇ ਹਰ, ਅਖੀਰਲੀਆਂ ਲਾਈਨਾਂ ਨੇ, ਬਹੁਤ ਧਿਆਨ ਰੱਖਿਓ। ਇਹਨਾਂ ਦਾ ਅਸੀਂ ਜ਼ਿਕਰ ਕੀਤਾ ਹੀ ਨਹੀਂ, ਨਾ ਕਿਸੇ ਨੇ ਕਥਾ ਕਰਦਿਆਂ ਹੋਇਆ ਅਸੀਂ ਦੇਖਿਆ ਕੋਈ ਟੀਕੇ 'ਚ ਦਰਜ ਨਹੀਂ ਕੀਤਾ। ਇਹ ਰੱਬ ਜਾਣਦਾ ਕਿ ਕੀ ਗੱਲ ਹੈ, ਪਰ ਇਸ ਗੱਲ ਨੂੰ ਵਿਚਾਰ ਕਰੋ। ਜਿੱਥੇ ਮਹਾਰਾਜ ਨੇ ਹਰ ਤੇ ਪ੍ਰਭ ਦਾ ਜ਼ਿਕਰ ਕੀਤਾ ਹੈ, ਇਸ ਨੂੰ ਆਪਾਂ ਕਿਉਂ ਨਹੀਂ ਦੇਖ ਰਹੇ? ਦਾਸ ਤੁਹਾਡੇ ਮੂਹਰੇ ਐਸੇ ਕੁਝ ਸ਼ਬਦਾਂ ਦੇ ਸਰੂਪ ਦਰਸਾਏਗਾ ਕਿ ਜਿੱਥੇ ਮਹਾਰਾਜ ਨੇ ਹਰ ਪ੍ਰਭ ਨੂੰ ਕਿਵੇਂ ਦਰਸਾਉਣਾ ਕੀਤਾ ਹੈ, ਤੇ ਅਸੀਂ ਉਸ ਹਰ ਪ੍ਰਭ ਤੋਂ ਕਿਵੇਂ ਦੂਰ ਚਲੇ ਗਏ। ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਜੀਵਨ ਵਿੱਚ ਦ੍ਰਿੜ ਕਰਾਇਆ ਸੀ ਸਾਡੇ ਅੰਦਰ, ਅਸੀਂ ਉਸ ਗੱਲ ਤੋਂ ਕਿਵੇਂ ਖੁੰਝ ਗਏ। ਧਿਆਨ ਰੱਖਣਾ। ਦਾਸ ਨੇ ਪਹਿਲਾਂ ਵੀ ਆਪ ਜੀ ਨੂੰ ਦਰਸ਼ਨ ਕਰਾਏ ਹਰ ਤੇ ਪ੍ਰਭ ਦੇ, ਧਿਆਨ ਰੱਖਿਓ। ਕਹਿੰਦੇ ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਨ ਆਇਆ, ਹੈ ਨਾ। ਇਹਨਾਂ ਸ਼ਬਦਾਂ ਦੇ ਤੁਸੀਂ ਕਿਵੇਂ ਅਰਥ ਕਰੋਗੇ? ਦੇਖੋ ਆਹ ਸ਼ਬਦਾਂ ਦੇ ਤੁਹਾਨੂੰ ਦਰਸ਼ਨ ਕਰਾਉਂਦਾ ਦਾਸ, ਇਹਨਾਂ ਦੇ ਦਰਸ਼ਨ ਕਰਿਓ। ਕਹਿੰਦੇ ਹਰ ਪ੍ਰਭ ਕਾਜ ਰਚਾਇਆ, ਹੁਣ ਹਰ ਪ੍ਰਭ ਦਾ ਕੋਈ ਮਤਲਬ ਹੋਊਗਾ ਨਾ ਜੀ, ਵਿੱਚ ਹਰ ਲਿਖਿਆ, ਫਿਰ ਅਖੀਰ 'ਚ ਦੇਖੋ ਫਿਰ ਪ੍ਰਭ ਲਿਖਿਆ, ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੇ ਨਾ ਜਾਇਆ, ਹੈ ਨਾ। ਇਹਨਾਂ ਗੱਲਾਂ ਨੂੰ ਆਪਾਂ ਵਿਚਾਰ ਹੀ ਨਹੀਂ ਕਰ ਰਹੇ। ਕਹਿੰਦੇ ਭਾਈ ਜਿਹਦੇ ਉੱਤੇ ਸਾਰੀ ਬਾਣੀ ਦਾ ਤੱਤ ਟਿਕਿਆ ਹੋਇਆ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਨ ਆਇਆ। ਕਹਿੰਦੇ ਵਿਆਹਨ ਆਇਆ, ਗੁਰਮੁਖ ਹਰ ਪਾਇਆ, ਸਾ ਧਨ ਕੰਤ ਪਿਆਰੀ, ਸੰਤ ਜਨਾ ਮਿਲ ਮੰਗਲ ਗਾਏ, ਹਰ ਜੀਓ ਆਪ ਸਵਾਰੀ, ਸੁਰ ਨਰ ਗਣ ਗੰਧਰਵ ਮਿਲ ਆਏ, ਅਪੂਰਵ ਜੰਝ ਬਣਾਈ। ਕਹਿੰਦੇ ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੇ ਨਾ ਜਾਏ। ਆਹ ਸ਼ਬਦ ਦੇਖਿਓ। ਕਹਿੰਦੇ ਜਨ ਨਾਨਕ ਹਰ ਪ੍ਰਭ ਪੂਰੇ ਕੀਏ, ਖਿੰਡ ਮਾਸਾ ਤੋਲ ਨਾ ਘਟੀਏ। ਆਹ ਸ਼ਬਦ ਦੇਖਿਓ। ਕਹਿੰਦੇ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਰ ਮਿਲਾਏ, ਹਾਂ ਸਤਿਗੁਰ ਵਿਠੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ, ਹੈ ਨਾ। ਕੋਈ ਮਤਲਬ ਹੈ ਨਾ ਜੀ ਇਹਨਾਂ ਸ਼ਬਦਾਂ ਦਾ? ਨਿਗਾਹ ਮਾਰੋ। ਮੇਰਾ ਹਰ ਪ੍ਰਭ ਲੇਖ ਲਿਖਾਇਆ, ਤੁਰ ਮਸਤਕ ਪੂਰਾ। ਫਿਰ ਅਖੀਰ 'ਚ ਦੇਖਿਓ ਤੁਸੀਂ, ਹਰ ਹਰ ਸ਼ਬਦ ਜਾਣ ਤੋਂ ਬਾਅਦ ਫਿਰ ਪ੍ਰਭ ਵੀ ਪਾਇਆ ਮਹਾਰਾਜ ਨੇ। ਕਹਿੰਦੇ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਕਹਿੰਦੇ ਹਰ ਕੀ ਟਹਿਲ ਕਮਾਵਨੀ, ਜਪੀਏ ਪ੍ਰਭ ਕਾ ਨਾਮ। ਇਹਨਾਂ ਨੂੰ ਜਦੋਂ ਤੱਕ ਆਪਾਂ ਵਿਚਾਰਾਂਗੇ ਨਹੀਂ ਨਾ, ਅਸੀਂ ਹੋਰ ਕਹਾਣੀਆਂ ਦੂਜੀਆਂ ਬੋਲਦੇ ਰਹਾਂਗੇ। ਕਹਿੰਦੇ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਆਹ ਸ਼ਬਦ ਦੇਖਿਓ, ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ। ਆਹ ਸ਼ਬਦ ਦੇ ਦਰਸ਼ਨ ਕਰੋ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਕਹਿੰਦੇ ਜਾਚਕ ਜਨ ਜਾਚੇ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਹੈ ਨਾ। ਕਹਿੰਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੈ ਨਾ। ਕਹਿੰਦੇ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਕਹਿੰਦੇ ਐਸੇ ਸ਼ਬਦਾਂ ਦਾ ਅਸੀਂ ਜ਼ਿਕਰ ਕਰਨਾ, ਵਿਚਾਰ ਕਰਨਾ ਬਿਲਕੁਲ ਛੱਡ ਗਏ। ਸੋ ਮਹਾਰਾਜ ਕਹਿੰਦੇ ਹੁਣ ਆਹ ਸ਼ਬਦ ਦੇ ਅਖੀਰ ਲਾਈਨ 'ਚ ਦੇਖਿਓ,
कहते हम गरीब मस्कीन प्रभ तेरे हर राख राख वड वड्डा है। कहते ऐ मेरे मालिक असी तेरे दर दे गरीब हाँ। कहते मालिक असी तेरे दर दे मस्कीन हाँ। यानी मस्कीन का अर्थ है भौरा जिमें होंदा ना, कहते दीवाना जिन्हों आपां कहने है ना, कहते आए तेरे दर दे असी मस्कीन है। कहते किहदे घट बैठे रब दे, परमेश्वर जिहड़ा अपने शरीर च वसदा प्रभ। कहते ये जदों आपां घट बैठे रब दे नाल इन्नी निमरता नाल अपने आप नूं मिटा के घट बैठे रब नूं उभार के जीवन विच रहांगे चलांगे, अपने आप नूं जनाउणा छड्डांगे ते घट बैठे रब नूं जनाउण लगांगे, तां हरेक विच वसदे होए रब दा साडे उत्ते हत्थ होऊगा, आपां रखे जावांगे। कहते भाई हरेक विच वसदे रब ने फिर सानू रख लेना है, तो उत्थे फिर राख कहांगे। राख का अर्थ है कि मेरे मालिक तू रखण वाला आप है। कन्ना ला के बोलना, जिवें जप जाप बोलिया सी ना आपां ने कि घट बैठे रब नूं जे आपां जप रहे ते घट बैठा मालिक आपां नूं जपा रहा, ते फिर आपां कहांगे हुण वो जप कहंदे जाप बन रहा है ना। फिर पता लगदा वो जपाउंदा सी तां आपां जप रहे हैं, तां समझो जाप शुरू हो गया। हुण आपां रख दा राख बना दिओ है ना, कन्ना ला के विच कि हरेक विच वसदा है रब। जदों आपां अपने अंदर जाणांगे तो फिर हरेक विच वसदा है रब आपां नूं आप रखेगा। ਉਹਦਾ अर्थ है कि अपनी सुरत फिर आप उन्हां तक जाएगी। कहने भाई जिहड़ा सब नालों मालिक वड्डा है, कहने हम गरीब मस्कीन प्रभ तेरे, पहला तो प्रभ अपने शरीर दे विच वसदे, शरीर दे विच वसदे रब नूं जिक्र करना, फिर हर जदों शब्द पढ़ो हरेक विच वसदे रब दा जिक्र करदे कहना राख राख वड वड्डा है मेरे मालिक, तू मैनू रखना कर, तू मैनू रखना कर, तू ही वड्डा है, तू ही वड्डा है। ऐसा जानना, ऐसा जानना, ऐसा अभ्यास करो। सतगुरु सच्चे पातशाह कहते जन नानक नाम आधार टेक है। कहते आए रब का जिक्र जिस वे साडा जीवन का आधार बन जाए ना, जिक्र का अर्थ है नाम जपना, वह जिक्र करना यानी वह नाम लेना है, ये जीवन का टेक बन जाए, आसरा बन जाए, आधार बन जाए। महाराज कहते हर नामे ही सुख मंडा है, वह अर्थ है हरेक विच वसदे रब का जिक्र कीतियां ही सुख अपने अंदर टिकूगा, नहीं तो नहीं टिकेगा, नहीं टिकेगा। देखो शब्द की समाप्ति है, कोई कहानी नहीं बोली महाराज ने, शब्द के अर्थां नूं जीवन का अर्थ बनाना, ध्यान रखना। यानी शब्द का जो अर्थ है वो जीवन का अर्थ बन जाए। सो सतगुरु सच्चे पातशाह की अखीरली लाइन फिर पढ़ियो, कहते ये अभ्यासी बनीए, इन्हां गल्लां जिहड़ा आपां सुन रहे हैं ये गुर है, सारा भेद है, ये बाणी गुरु है। तो आज वो सब सानूं दस रही है ना, ये शब्दां राहीं सानूं दस रही है बाणी, ये गुर है, ये सब जुगत है, ध्यान रखना। कहते हम गरीब मस्कीन प्रभ तेरे हर राख राख वड वड्डा है, जन नानक नाम आधार टेक है, हर नामे ही सुख मंडा है। सो आओ अगला शब्द दे आपां दर्शन पाइए। राग गौड़ी पूर्वी महला पंजवा, पूर्वी गौड़ी पूर्वी दे विच महला पंजवा, पंचम पातशाह जी शहीदां दे सरताज दे हिरदे तो रब बोल रहे ने। आओ सरवण करिए महाराज सानू की मार्गदर्शन दे रहे ने जी शब्द राही। करो बेनंती सुनो मेरे मीता, संत टहल की बेला। कहते भाई बेनती करो पूर्ण स्वरूप दे नाल, पूरा एक मन एक चित होके, जिस वे पूर्ण तरीके नाल बेनती करांगे, जिवें महाराज कहते हैं उत्ते में टिप्पी लग जाती, जिवें गल मन ने तो असीं मन ते पहले तो टिप्पी ला देंगे है ना, टिप्पी ला एवें जिवें कि महाराज कहें करो बेनंती सुनो मेरे मीता, संत टहल की बेला। ऐ मेरे मीता, ऐ मेरे मित्र, ऐ मेरे मन मित्र, कहते मेरी बेनती सुनो। कहते आ जिहड़ा साडे जीवन की अवस्था है, कहते संतां दे टहल कमाउण दी है। यानी जिवें संत साडे अंदर असीं उहनूं कहांगे जिहड़ा शब्द नाल प्यार करन दी सुरत अपने अंदर आवे, उहनूं कमाउण दी है। यानी समझो आपां उहदी टहल कमाउण लग गए, यानी चंगे शब्द नूं अपने अंदर रब नाल जोड़न दी कहते अभ्यास करन लग गए। ऐसे जनां नूं पहलां आपां संत कहांगे। कहे नानक सुनो संतो शब्द धरो प्यारो, साचा नाम मेरा आधार। कहते ऐसे संत का जिक्र कर रहे हैं आपां।
ਹਰੇਕ ਬੰਦੇ ਨੇ ਸੰਤ ਹੋਣਾ, ਹਰੇਕ ਬੰਦੇ ਨੇ ਸਾਧੂ ਬਣਨਾ, ਹਰੇਕ ਬੰਦੇ ਨੂੰ ਬ੍ਰਹਮ ਗਿਆਨ ਹੋਣਾ, ਹਰੇਕ ਬੰਦੇ ਨੇ ਰੱਬ ਵਰਗਾ ਹੋਣਾ ਹੈ। ਇਹ ਗੱਲ ਯਾਦ ਰੱਖੋ, ਹਰੇਕ ਬੰਦੇ ਜਿਉਂਦਿਆਂ ਜੀ ਹੋਣਾ, ਇਸ ਜੀਵਨ ਦੇ ਵਿੱਚ ਹੋਣਾ। ਅੰਤ ਤੱਕ ਆਪਾਂ ਨੂੰ ਜਿਹੜਾ ਜੀਵਨ ਦਿੱਤਾ ਮਹਾਰਾਜ ਨੇ ਪੂਰਾ ਕੈਲਕੂਲੇਟ ਕਰਕੇ ਦਿੱਤਾ ਹੈ। ਜੇ ਇਹਦੇ ਵਿੱਚ ਆਪਾਂ ਗਵਾਉਂਦੇ ਗਵਾਉਂਦੇ ਅਖੀਰ ਤੱਕ ਵੀ ਗਵਾ ਜਾਈਏ ਤਾਂ ਵੀ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅਗਲੇ ਜਨਮ 'ਚ ਆ ਜੀ। ਰੱਬ ਨਹੀਂ ਥੱਕਦਾ, ਆਪਾਂ ਜਨਮ ਲੈਂਦੇ ਮਰਦੇ, ਜਨਮ ਦੇ ਮਰਦੇ ਥੱਕ ਜਾਗੇ, ਧਿਆਨ ਰੱਖਣਾ, ਉਹ ਨਹੀਂ ਥੱਕਦਾ। ਕਹਿੰਦੇ ਭਾਈ ਉਹ ਅਖੀਰ ਤੱਕ ਉਡੀਕਦਾ ਆਪਾਂ ਨੂੰ, ਅਖੀਰ ਤੱਕ। ਜਦੋਂ ਤੱਕ ਆਪਾਂ ਘੱਟ ਬੈਠੇ ਰੱਬ 'ਚ ਨਹੀਂ ਸਮਾਵਾਂਗੇ ਉਦੋਂ ਤੱਕ ਆਪਣਾ ਜਨਮ ਮਰਨ ਦਾ ਗੇੜਾ ਖਤਮ ਨਹੀਂ ਹੋਏਗਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਬੇਨਤੀ ਕਰੋ ਪੂਰਨ ਜ਼ੋਰ ਨਾਲ, ਆਪਣੇ ਮਨ ਨੂੰ ਸਮਝਾਓ। ਕਹਿੰਦੇ ਆ ਜਿਹੜਾ ਤੇਰਾ ਸਮੇਂ ਹੈ, ਤੇਰਾ ਆ ਵੇਲਾ, ਆ ਜੋ ਵਕਤ ਹੈ, ਐਸ ਵੇਲੇ ਆਹੀ ਵੇਲਾ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ ਆਏ ਨਹੀਂ ਕਿ ਅਗਲਾ ਸੈਕੰਡ ਆਊਗਾ ਫਿਰ ਦੇਖਾਂਗੇ। ਕਹਿੰਦੇ ਆਹ ਸਮੇਂ ਤੋਂ ਹੀ ਕਹਿੰਦੇ ਤੂੰ ਟਹਿਲ ਕਮਾਉਣੀ ਕਰ ਸੰਤ ਦੀ। ਕਹਿੰਦੇ ਭਾਈ ਰੱਬ ਦੇ ਸ਼ਬਦ ਨੂੰ ਪਿਆਰ ਕਰਨ ਦੀ ਟਹਿਲ ਕਮਾ, ਉਹਨੂੰ ਸੰਤ ਕਹਿੰਦੇ ਅਸੀਂ। ਇਹ ਜਿਹੀ ਅਵਸਥਾ ਨੂੰ ਪ੍ਰਾਪਤ ਕਰ ਆਪਣੇ ਅੰਦਰ। ਐ ਮੇਰੇ ਮਨਾ, ਕਹਿੰਦੇ ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਕਹਿੰਦੇ ਐਸ ਵੇਲੇ ਤੂੰ ਇੱਕ ਖੱਟ ਲੈ। ਕਹਿੰਦੇ ਤੂੰ ਖੱਟੇਗਾ ਤਾਂ ਜੇ ਰੱਬ ਤੇਰੇ ਤੇ ਕਿਰਪਾ ਕਰੂਗਾ। ਉਹਦਾ ਅਰਥ ਹੈ ਕਿ ਜਿਸ ਵੇਲੇ ਤੈਂ ਖੱਟਣਾ ਵੀ ਕੀਤਾ ਤੇ ਜਾਣੀ ਕਿ ਰੱਬ ਨੇ ਕਿਰਪਾ ਕੀਤੀ ਤਾਂ ਆਪਾਂ ਨੇ ਖੱਟਿਆ, ਉਹਨੂੰ ਖਾਟ ਕਹਾਂਗੇ। ਇਹਾਂ ਖਾਟ ਚਲੋ ਹਰ ਲਾਹਾ, ਹਰੇਕ ਵਿੱਚ ਵਸਦੇ ਰੱਬ ਦਾ ਲਾਹਾ ਪ੍ਰਾਪਤ ਕਰੋ ਤਾਂ ਕਿ ਤੁਹਾਡਾ ਅੱਗਾ ਸਮੇਂ ਸੁਖਮਈ ਹੋ ਜਾਏ। ਤੁਹਾਨੂੰ ਸਾਨੂੰ ਜੀਵਨ ਦੇ ਵਿੱਚ ਉਹ ਜੀਵਨ ਦਾ ਅਵਸਥਾ ਸੁਹੇਲੀ ਰਹੇ, ਦੁਹੇਲੀ ਨਾ ਹੋ ਜਾਏ, ਦੁਖਦਾਈ ਨਾ ਹੋ ਜਾਏ। ਕਿ ਜੀਵਨ ਵਿੱਚ ਦੁੱਖ ਪਾਉਂਦਾ ਹੀ ਬੰਦਾ ਉਦੋਂ ਹੈ ਜਦੋਂ ਰੱਬ ਦੇ ਕੀਤੇ ਨੂੰ ਆਪਣਾ ਕੀਤਾ, ਦੂਜੇ ਵਿੱਚੋਂ ਕੀਤੇ ਨੂੰ ਉਹਦਾ ਕੀਤਾ ਕਰਕੇ ਆਪਾਂ ਜ਼ਿਕਰ ਕਰਦੇ ਰਹਿੰਦੇ ਹਾਂ, ਤਾਂ ਹੀ ਦੁੱਖ ਪਾਉਂਦੇ। ਇਹ ਸਭ ਤੋਂ ਵੱਡਾ ਦੁੱਖ ਹੈ, ਤਕਲੀਫ ਹੈ। ਸੋ ਮਹਾਰਾਜ ਕਹਿੰਦੇ ਹਨ ਭਾਈ ਇਹ ਜੀਵਨ ਦਾ ਨਿਯਮ ਜਾਣ ਲਓ। ਕਹਿੰਦੇ ਭਾਈ ਔਦ ਘਟੈ ਦਿਨ ਸਿਰ ਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ ਰਹਾਓ। ਕਹਿੰਦੇ ਤੇਰਾ ਹਰ ਸਮੇਂ ਹਰ ਪਲ, ਜੇ ਕਹਿੰਦੇ ਐਸੇ ਵੇਲੇ ਖੱਟ, ਉਹਦਾ ਅਰਥ ਹੈ ਅਗਲਾ ਪਲ ਜਾਣਾ ਹੈ ਤੇਰਾ, ਮੁੜ ਕੇ ਨਹੀਂ ਆਉਣਾ ਉਹ ਪਲ। ਕਹਿੰਦੇ ਤੇਰਾ ਹਰ ਸਮੇਂ ਘਟ ਰਿਹਾ, ਦਿਨ ਰਾਤ ਤੇਰਾ ਜੀਵਨ ਘਟ ਰਿਹਾ। ਮਹਾਰਾਜ ਕਹਿੰਦੇ ਮਨ ਗੁਰਮਿਲ ਕਾਜ ਸਵਾਰੇ, ਜੇ ਤੈਨੂੰ ਗੁਰ ਦਿੱਤਾ ਜਾ ਰਿਹਾ, ਤੈਨੂੰ ਜੁਗਤ ਦੱਸੀ ਜਾ ਰਹੀ ਹੈ, ਤੈਨੂੰ ਜੋ ਸ਼ਬਦਾਂ ਰਾਹੀਂ ਸਮਝਾਇਆ ਜਾ ਰਿਹਾ, ਉਹਦੇ ਨਾਲ ਆਪਣੇ ਆਪ ਨੂੰ ਜੋੜਨਾ ਕਰ, ਮਨ 'ਚ ਵਸਾਉਣਾ ਕਰ, ਜਿਹਦੇ ਨਾਲ ਤੇਰਾ ਕਾਜ ਜੀਵਨ ਦਾ ਸਵਾਰਿਆ ਜਾਏ, ਸਵਰ ਜਾਏ। ਕਹਿੰਦੇ ਭਾਈ ਮਨੋਰਥ ਪੂਰਾ ਹੋ ਜਾਏ। ਕਹਿੰਦੇ ਇਹ ਰਹਾਉ ਦੀ ਪੰਗਤੀ ਹੈ। ਸੋ ਸਾਨੂੰ ਇੱਥੇ ਸਮਝਾਉਣਾ ਕਰ ਰਹੇ ਨੇ, ਤੇਰੇ ਹਰ ਸਮੇਂ ਤੇਰੀ ਉਮਰ ਘਟ ਰਹੀ ਹੈ, ਹਰ ਪਲ ਤੇਰੀ ਉਮਰ ਘਟ ਰਹੀ ਹੈ। ਕਹਿੰਦੇ ਭਾਈ ਤੂੰ ਹਰ ਪਲ ਕੀ ਕਰਨਾ ਕਰ। ਕਹਿੰਦੇ ਇਹਾਂ ਖਾਟ ਚਲੋ ਹਰ ਲਾ, ਆਗੇ ਬਸਨ ਸੁਹੇਲਾ। ਕਹਿੰਦੇ ਤੇਰਾ ਅੱਗਾ ਜਿਹੜਾ ਆਉਣ ਵਾਲਾ ਉਹਦੇ ਵਿੱਚ ਤੂੰ ਸੁਹੇਲਾ ਬਸ ਸਕੇ, ਸੁਖਮਈ ਤੌਰ ਤੇ ਬਸ ਸਕੇ। ਐਸਾ ਨਹੀਂ ਕਿ ਮਰਨ ਤੋਂ ਬਾਅਦ ਦੀ ਗੱਲ ਜ਼ਿਕਰ ਨਹੀਂ ਹੋ ਰਹੀ ਹੈ, ਇਹ ਜਿਉਂਦਿਆਂ ਜੀ ਦੀ ਜ਼ਿਕਰ ਹੈ। ਕਹਿੰਦੇ ਐਸੇ ਵੇਲੇ ਕਹਿੰਦੇ ਤੂੰ ਹਰੇਕ ਵਿੱਚ ਵਸਦੇ ਰੱਬ ਦਾ ਨਾਮ ਕਹਿੰਦੇ ਲਾਹਾ ਖੱਟ ਲੈ। ਇਹ ਤਾਂ ਖੱਟੇਗਾ ਜੇ ਤੂੰ ਆਪਣੀ ਮੈਂ ਨੂੰ ਮਿਟਾਏਗਾ, ਇਹ ਤਾਂ ਖੱਟੇਗਾ ਜੇ ਤੂੰ ਗੁਰੂ ਦੇ ਗੁਰ ਨੂੰ ਹਿਰਦੇ 'ਚ ਵਸਾਏਗਾ, ਇਹ ਤਾਂ ਵਸੂਗਾ ਜੇ ਤੂੰ ਗੁਰੂ ਨੂੰ ਗੁਰੂ ਕਹੇਗਾ। ਕਿਸੇ ਮੂਰਤੀ ਨੂੰ, ਤਸਵੀਰ ਦਾ ਕਹਿੰਦੇ ਤੂੰ ਗੁਰੂ ਕਰਕੇ ਫੋਟੋ ਨੂੰ ਕਹਿੰਦੇ ਭਾਈ ਉਹਨੂੰ ਗੁਰੂ ਨਾ ਸਮਝ। ਕਹਿੰਦੇ ਗੁਰੂ ਤਾਂ ਹੈਗਾ ਇਹ ਬਾਣੀ, ਇਹ ਫੋਟੋਆਂ ਲੋਕਾਂ ਨੇ ਬਣਾਈਆਂ ਹੋਈਆਂ ਨੇ, ਇਹਨਾਂ ਫੋਟੋਆਂ ਦੇ ਚੱਕਰ 'ਚ ਨਾ ਪਈ। ਮਹਾਰਾਜ ਕਹਿੰਦੇ ਭਾਈ ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਦ ਘਟੈ ਦਿਨ ਸਿਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਕਹਿੰਦੇ ਗੁਰੂ ਦੇ ਦੱਸੇ ਗੁਰ ਨਾਲ ਆਪਣੇ ਜੀਵਨ ਨੂੰ ਮਿਲਾ ਟਿਕਾ। ਕਹਿੰਦੇ ਕਾਜ ਜੀਵਨ ਦਾ ਸਵਾਰਨਾ ਕਰ ਰਹਾਓ। ਇਹੋ ਸੰਸਾਰ ਵਿਕਾਰ ਸੰਸੈ ਮਹਿ, ਤਰਿਓ ਬ੍ਰਹਮ ਗਿਆਨੀ। ਕਹਿੰਦੇ ਆ ਜਿਹੜਾ ਸੰਸਾਰ ਹੈ ਵਿਕਾਰ ਤੇ ਸੰਸੇ ਵਿੱਚ ਹੈ, ਦੁਬਦਾ ਵਿੱਚ ਹੈ। ਸੰਸਾਰ ਇਹੋ ਸੰਸਾਰ ਹੈ। ਕਹਿੰਦੇ ਭਾਈ ਉਹੀ ਤਰਨਗੇ। ਮਹਾਰਾਜ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੋਣਗੇ। ਨਹੀਂ ਤਾਂ ਦੇਖੋ ਭਾਈ ਬ੍ਰਹਮ ਗਿਆਨੀ ਦਾ ਲੋਕਾਂ ਨੇ ਜੀਵਨ ਦੇ ਵਿੱਚ ਹੋਰ ਹੀ ਕੁਝ ਅਰਥ ਕਰ ਦਿੱਤੇ। ਕਹਿੰਦੇ ਬ੍ਰਹਮ ਗਿਆਨੀ ਬੰਦਾ ਹੋ ਹੀ ਨਹੀਂ ਸਕਦਾ। ਕਹਿੰਦੇ ਮਹਾਰਾਜ ਕਹਿੰਦੇ ਭਾਈ ਜਿਹੜਾ ਬੰਦਾ ਹੁੰਦਾ ਉਹਦੀ ਜਿਸ ਵੇਲੇ ਮੈਂ ਮਿਟਦੀ ਹੈ ਉਹ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਹੈ। ਆਹ ਸ਼ਬਦ ਦੇਖਿਓ, ਮਹਾਰਾਜ ਕਹਿੰਦੇ ਹਰ ਗੁਣ ਗਾਵੈ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ
इस जग में को विरला ब्रह्म ज्ञानी जे हौमै मेट समाए, ਜਿਹੜਾ ਆਪਣੇ ਹਉਮੈ ਨੂੰ ਮਿਟਾ ਦੇ ਨਾ ਉਸ ਅੰਦਰ ਆਪਣੇ ਅੰਦਰ ਰੱਬ ਦੇ ਵਿੱਚ ਸਮਾ ਜੇ, ਉਹ ਬ੍ਰਹਮ ਗਿਆਨੀ। ਇਹ ਗੱਲ ਸਮਝ ਹੀ ਨਹੀਂ ਆ ਰਹੀ ਬੱਚਿਆਂ ਨੂੰ। ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਕਬੀਰ ਜਾਨ ਦਿਨ ਹਉ ਮੋਆ ਪਾਛੇ ਭਇਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਪਾਤਸ਼ਾਹ ਕਹਿੰਦੇ ਭਾਈ ਅਭਿਆਸ ਕਰੋ। ਦੇਖੋ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਪਹਿਲਾਂ ਆਪ ਬ੍ਰਹਮ ਗਿਆਨ ਤਾਂ ਪ੍ਰਾਪਤ ਕਰੋ। ਕਹਿੰਦੇ ਅਭਿਆਸ ਕਰੋ ਆਪਣੇ ਅੰਦਰ, ਉਸ ਜਿਹੜਾ ਆਪਣੇ ਅੰਦਰ ਗੋਬਿੰਦ ਵਸਦਾ ਹੈ ਉਹਦੇ ਗੁਣ ਤਾਂ ਗਾਓ। ਅਸੀਂ ਉਹਦੇ ਗੁਣ ਹੀ ਨਹੀਂ ਗਾ ਰਹੇ। ਕਹਿੰਦੇ ਜਿਹੜਾ ਆਪਣੇ ਘੱਟ ਬੈਠੇ ਰੱਬ ਦੇ ਗੁਣ, ਗੁਣ ਗੋਬਿੰਦ, ਕਹਿੰਦੇ ਸਾਧ ਸੰਗ, ਸਾਧ ਸੰਗ ਦਾ ਅਰਥ ਹੈ ਅਭਿਆਸ ਕਰਦਿਆਂ ਹੋਇਆ, ਉਸ ਦੇ ਨਾਲ ਜੁੜਦਿਆਂ ਹੋਇਆ ਅਭਿਆਸ ਦੇ ਨਾਲ। ਕਹਿੰਦੇ ਗਾਉਣਾ ਕਰੋ। ਕਹਿੰਦੇ ਕਿਹਨੂੰ ਗਾਉਣਾ ਕਰੋ? ਗੁਣ ਗੋਬਿੰਦ, ਗੋਬਿੰਦ ਦੇ ਗੁਣ ਗਾਓ। ਆਪਣੇ ਗੋਬਿੰਦ ਜਿਹੜਾ ਆਪਣੇ ਗਿਆਨ ਤੋਂ, ਜਿਹੜਾ ਬਿੰਦ ਤੋਂ ਪਿੰਡ ਬਣਾ ਰਿਹਾ ਗਿਆਨ ਸੇਤੀ, ਇਹ ਜਿਤਨੇ ਗੁਣ ਆਪਣੇ ਅੰਦਰ ਨੇ ਰੱਬ ਦੇ ਨੇ ਕਰਕੇ ਤਾਂ ਗਾਓ। ਇਹ ਪੂਰਨ ਬ੍ਰਹਮ ਗਿਆਨ ਹੈ। ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਕਹਿੰਦੇ ਭਾਈ ਐਸੀ ਅੱਗ ਦੇ ਵਿੱਚ ਮੱਛੀ ਜਾ ਰਹੇ ਹਨ। ਕਹਿੰਦੇ ਜਿਹੜਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ, ਜਿਹਦੇ ਨਾਲ ਹਉਮੈ ਮਿਟਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵਨ ਵਿੱਚ ਬ੍ਰਹਮ ਗਿਆਨੀ ਹੈ। ਕਹਿੰਦੇ ਉਹਦੀ ਅਵਸਥਾ ਦੇਖੋ ਮਹਾਰਾਜ ਲਿਖਦੇ ਨੇ, ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇੱਥੇ ਰੱਬ ਦਾ ਜ਼ਿਕਰ ਨਹੀਂ ਹੈ, ਇਸ ਬੰਦੇ ਦਾ ਜ਼ਿਕਰ ਹੈ ਕਿ ਬੰਦਾ ਦਾ ਮਨ ਸਾਚਾ ਹੋ ਜੇ, ਯਾਨੀ ਸੱਚਾ ਉਸ ਨੂੰ ਜਾਣੇ ਜਿਹੜਾ ਆਪਣੇ ਅੰਦਰ ਵਸਦਾ, ਤੇ ਉਹ ਤਾਂ ਵੀ ਜਾਂ ਤਾਂ ਜਾਣੇ ਜਾਣੋ ਜੇ ਰੱਬ ਜਨਾ ਰਿਹਾ ਤਾਂ ਸੱਚ ਸਾਚਾ ਬਣਦਾ, ਸੱਚਾ ਤਾਂ ਸਾਚਾ ਬਣਦਾ। ਤੇ ਮੁੱਖ ਸਾਚਾ ਹੋਏ, ਮੁੱਖੋਂ ਜੋ ਬੋਲੇ ਫਿਰ ਉਸ ਰੱਬ ਦਾ ਖਿਆਲ ਰੱਖ ਕੇ ਬੋਲੇ, ਆਪਣਾ ਆਪ ਜ਼ਿਕਰ ਨਾ ਕਰੇ। ਕਹਿੰਦੇ ਅਵਰ ਨਾ ਪੇਖੈ ਇਕਸ ਬਿਨ ਕੋਈ, ਦੂਜਿਆਂ ਨੂੰ ਉਸ ਰੱਬ ਤੋਂ ਬਿਨਾਂ ਕੋਈ ਦੂਜਾ ਨਾ ਦੇਖੇ। ਕਹਿੰਦੇ ਐਸਾ ਲੱਛਣ ਹੁੰਦਾ ਬ੍ਰਹਮ ਗਿਆਨੀ ਦਾ ਭਾਈ। ਐਸਾ ਉਹਦਾ ਅਰਥ ਹੈ ਕਿ ਬੰਦੇ ਨੇ ਬ੍ਰਹਮ ਗਿਆਨੀ ਹੋਣਾ ਹੈ। ਇਹ ਜ਼ਿਕਰ ਸਮਝੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਉਸ ਬ੍ਰਹਮ ਗਿਆਨੀ ਦੀ ਪੂਰੀਆਂ ਅਵਸਥਾਵਾਂ ਲਿਖੀਆਂ ਨੇ, ਹੈ ਨਾ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ, ਹੈ ਨਾ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੁਸੁ। ਐਸੇ ਸੱਚੇ ਪਾਤਸ਼ਾਹ ਨੇ ਫਿਰ ਸਾਨੂੰ ਸਮਝਾਉਣਾ ਕੀਤਾ। ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਜੈਸੇ ਮੈਲ ਨਾ ਲਾਗੇ ਜਰਾ। ਇਹ ਸਭ ਫਿਰ ਉਸ ਅਵਸਥਾ ਬ੍ਰਹਮ ਗਿਆਨ ਪ੍ਰਾਪਤ ਕਰਨ ਦੀ ਅਵਸਥਾ ਦੀ ਜ਼ਿਕਰ ਹੈ। ਸੋ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼, ਜੈਸੇ ਧਾਰੂ ਪਰ ਆਕਾਸ਼। ਕਹਿੰਦੇ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਾ ਨਹੀਂ ਅਪਮਾਨ। ਕਹਿੰਦੇ ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਕਹਿੰਦੇ ਬ੍ਰਹਮ ਗਿਆਨੀ ਸੇ ਜਨ ਭਏ, ਕਹਿੰਦੇ ਉਹ ਬ੍ਰਹਮ ਗਿਆਨੀ ਬਣਦੇ ਨੇ। ਕਹਿੰਦੇ ਜੇ ਨਾਨਕ ਜਿਨ ਪ੍ਰਭ ਆਪ ਕਰੇ, ਕਹਿੰਦੇ ਜਿਹਨੂੰ ਪਰਮੇਸ਼ਰ ਪਰਮਾਤਮਾ ਸਰੀਰ ਦੇ ਵਿੱਚ ਵਸਦਾ ਜਿਹੜਾ, ਉਹ ਆਪ ਕਰਨਾ ਕਰਦਾ, ਉਹ ਬ੍ਰਹਮ ਗਿਆਨੀ ਬਣਦਾ ਹੈ। ਸੋ ਬ੍ਰਹਮ ਗਿਆਨੀ ਦੀ ਕਿਰਿਆ ਨੂੰ ਨਹੀਂ ਸਮਝ ਰਹੇ ਲੋਕ, ਕਥਾ ਕਰੀ ਜਾ ਰਹੇ ਨੇ, ਬੋਲੀ ਜਾ ਰਹੇ ਨੇ, ਵੀਡੀਓ ਬਣਾਈ ਜਾ ਰਹੇ ਨੇ, ਹੈ ਨਾ। ਮਹਾਰਾਜ ਕਹਿੰਦੇ ਭਾਈ ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ। ਐਸੀ ਅਵਸਥਾ ਬ੍ਰਹਮ ਗਿਆਨੀ ਦੀ ਹੁੰਦੀ ਹੈ। ਫਿਰ ਕਹਿੰਦੇ ਬ੍ਰਹਮ ਗਿਆਨੀ ਸਦਾ ਸਮਦਰਸੀ, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल चुकता, ब्रह्म ज्ञानी का भोजन ज्ञान। कहने भाई ਉਹਦਾ ਗਿਆਨ ਭੋਜਨ ਹੁੰਦਾ ਹੈ। ਸਾਡਾ ਧਰਮ ਗਿਆਨ ਤੇ ਟਿਕਿਆ ਹੈ। ਕਬੀਰ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਅਸੀਂ ਗਿਆਨ ਤਾਂ ਲੈ ਹੀ ਨਹੀਂ ਰਹੇ ਨਾ ਜੀ। ਕਹਿੰਦੇ ਬ੍ਰਹਮ ਗਿਆਨੀ का ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ का ब्रह्म ਧਿਆਨ। ਫਿਰ ਉਹਦਾ ਫਿਰ ਧਿਆਨ, ਜਿਹਨੇ ਐਸਾ ਗਿਆਨ ਲੈਂਦਾ, ਜੈਸਾ ਗਿਆਨ ਹੁੰਦਾ ਫਿਰ ਐਸਾ ਧਿਆਨ ਬਣਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਏਕ ਉਪਰ ਆਸ। ਕਹਿੰਦੇ ਬ੍ਰਹਮ ਗਿਆਨੀ ਜਿਹੜਾ ਹੁੰਦਾ ਇੱਕ ਰੱਬ ਤੋਂ ਬਿਨਾਂ ਕਿਸੇ ਦੂਜੇ ਤੇ ਆਸਾਂ ਨਹੀਂ ਰੱਖਦਾ। ब्रह्म ज्ञानी का नहीं विनाश, ब्रह्म ज्ञानी क्या गरीबी समहा, ब्रह्म ज्ञानी परोपकारो महा, ब्रह्म ज्ञानी कै नाही धंधा, ब्रह्म ज्ञानी ले धावत बंदा, ब्रह्म ज्ञानी कै होए सो भला, ब्रह्म ज्ञानी सफल फला, ब्रह्म ज्ञानी संग सगल उधार, नानक ब्रह्म ज्ञानी जपै सगल संसार। सो ब्रह्म ज्ञानी की जपन की क्रिया, ब्रह्म ज्ञानी कैसा होना, यदि सारी महाराज ने क्रिया लिखी है सच्चे पातशाह ने। अखीर विच महाराज सच्चे पातशाह
ਇੱਥੇ ਤੱਕ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜ਼ਿਕਰ ਕਰਕੇ ਦੱਸਦੇ ਨੇ, ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕੰਮ ਕਰਤਾ। ਇਹ ਪੂਰੀ ਪੌੜੀਆਂ ਨੇ, ਇਹ ਅਵਸਥਾਵਾਂ ਨੇ। ਜਿਵੇਂ 4 ਦਿਨ ਦੇ 4 ਰਾਤ ਦੇ ਪਹਿਰ ਹੁੰਦੇ ਨੇ, 8 ਪਹਿਰ ਨੇ ਇਹ, ਧਿਆਨ ਰੱਖਣਾ। ਇਹ ਜੇ 8-8 ਅਸ਼ਟਪਦੀਆਂ ਨੇ, ਇਹ ਜੀਵਨ ਦੀਆਂ ਅਸ਼ਟਪਦੀਆਂ ਨੇ, ਅਸ਼ਟਪਦੀਆਂ। ਅਸੀਂ ਇੱਕ ਵਾਰ ਸਿੰਘਾਂ ਨੂੰ ਕਿਹਾ ਕਿ ਜੇ ਆਪਾਂ ਸੁਖਮਨੀ ਸਾਹਿਬ ਦੀ ਕਥਾ ਕਰ ਲਓ, ਵਿਚਾਰ ਕਰ ਲਓ। ਕਹਿੰਦੇ ਨਹੀਂ ਜੀ, ਇੱਥੇ ਕੀ ਨਹੀਂ ਸੁਣਨਾ, ਆਪਾਂ ਸ਼ਬਦ ਹੀ ਪੜਾਂਗੇ, ਸੁਖਮਨੀ ਸਾਹਿਬ ਹੀ ਪੜਾਂਗੇ, ਕਥਾ ਨਹੀਂ ਕਰਦੇ। ਸੋ ਸ਼ਬਦ ਦੀ ਨਾ ਵਿਚਾਰ ਕਰਨੀ ਹੈ, ਅਸੀਂ ਪੜ੍ਹਨ ਤੇ ਜ਼ੋਰ ਰੱਖਿਆ ਹੈ, ਵਿਚਾਰ ਤੇ ਜ਼ੋਰ ਰੱਖੋ। ਮਹਾਰਾਜ ਕਹਿੰਦੇ ਭਾਈ ਇਸ ਬਾਣੀ ਨੂੰ ਕੋਈ ਬਿਰਲੇ ਨੇ ਜਿਹੜੇ ਵਿਚਾਰ ਕਰਦੇ ਨੇ। ਸੋ ਸੱਚੇ ਪਾਤਸ਼ਾਹ ਕਹਿੰਦੇ ਉਹ ਸੰਸਾਰ ਤੋਂ ਤਰਨਗੇ। ਕਹਿੰਦੇ ਇਹੋ ਸੰਸਾਰ ਵਿਕਾਰ ਸੰਸੈ ਮੈਂ, ਸੱਚੇ ਪਾਤਸ਼ਾਹ ਕਹਿੰਦੇ ਤਰਿਓ ਬ੍ਰਹਮ ਗਿਆਨੀ। ਕਹਿੰਦੇ ਉਹ ਤਰਨਗੇ ਜਿਹੜੇ ਬ੍ਰਹਮ ਗਿਆਨੀ ਹੋਣਗੇ, ਨਹੀਂ ਤਾਂ ਕਹਿੰਦੇ ਭਾਈ ਬਾਕੀ ਸਭ ਡੁੱਬ ਜਾਣਗੇ, ਧਿਆਨ ਡੁੱਬ ਜਾਣਗੇ। ਸੋ ਮਹਾਰਾਜ ਦਾ ਸ਼ਬਦ ਨੂੰ ਧਿਆਨ ਰੱਖਿਓ। ਕਹਿੰਦੇ ਇਹੋ ਸੰਸਾਰ ਵਿਕਾਰ ਸੰਸੈ ਮੈਂ, ਜਿਹੜਾ ਵਿਕਾਰ ਤੇ ਸੰਸੈ ਦੇ ਵਿੱਚ ਸੰਸਾਰ ਭੱਜਿਆ ਫਿਰਦਾ ਨਾ, 5 ਵਿਕਾਰਾਂ ਦੇ ਵਿੱਚ, ਸੰਸ਼ੇ ਦੁਬਦਾ ਦੇ ਵਿੱਚ ਹਨ। ਸੰਸਾ ਕਹਿੰਦੇ ਦੁਬਦਾ ਨੂੰ, ਡੁਐਲਿਟੀ ਨੂੰ, ਇਲੂਜ਼ਨ ਨੂੰ। ਕਹਿੰਦੇ ਇਹਦੇ ਵਿੱਚ ਜਿਹੜੇ ਅਸੀਂ ਭੱਜੇ ਫਿਰਦੇ ਹਾਂ, ਕਹਿੰਦੇ ਉਹੀ ਤਰਨਗੇ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋਊਗਾ। ਸੋ ਸੱਚੇ ਪਾਤਸ਼ਾਹ ਕਹਿੰਦੇ ਜਿਸੇ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਣੀ। ਕਹਿੰਦੇ ਜਿਹਨੂੰ ਫਿਰ ਰੱਬ ਜਗਾਉਂਦਾ ਉਹਨੂੰ ਫਿਰ ਇਹ ਰਸ, ਉਹ ਐਸਾ ਰਸ ਪੀ ਕੇ ਫਿਰ ਰੱਬ ਦੇ ਕੋਲ ਆਉਂਦਾ। ਕਹਿੰਦਾ ਪੀ ਆਵੈ ਹੈ, ਉਹ ਰੱਬ ਪਿਆਉਂਦਾ, ਆਪਾਂ ਫਿਰ ਪੀਨੇ ਤੇ ਰੱਬ ਦੇ ਕੋਲ ਆਉਣੇ ਆ। ਤੇ ਉਹ ਕਿੰਨਾ ਭੇਦ ਹੈ ਸ਼ਬਦਾਂ ਦੇ ਵਿੱਚ। ਕਹਿੰਦੇ ਪੀ ਆਵੈ ਇਹੋ ਰਸ, ਆਹ ਰਸ ਤਾਂ ਪੀ ਸਕਦੇ ਆ ਜੇ ਰੱਬ ਪਿਆ ਦੇਵੇ, ਆਖੋ ਸਤਨਾਮ ਰੱਬ ਪਿਆ। ਕਹਿੰਦੇ ਫਿਰ ਅਕਥ ਕਥਾ, ਕਹਿੰਦੇ ਜਿਹੜੀ ਕਥਾ ਨਹੀਂ ਨਾ ਕਥੀ ਜਾ ਸਕੇ, ਲੋਕ ਇਹ ਕੀ ਕਥਾ ਕਰਦੇ ਆ, ਤਾਂ ਕਹਿੰਦੇ ਹੁੰਦਾ ਹੀ ਨਹੀਂ, ਬ੍ਰਹਮ ਗਿਆਨੀ ਨਹੀਂ ਹੁੰਦਾ ਕੋਈ। ਆਏ ਇਹਦੇ ਉੱਤੇ ਡਿਬੇਟ ਚੱਲ ਰਹੀ ਹੈ ਲੋਕਾਂ ਦੀ। ਧਿਆਨ ਮਹਾਰਾਜ ਦੇ ਸ਼ਬਦਾਂ ਨੂੰ ਡਿਬੇਟ ਚ ਨਾ ਲੈ ਕੇ ਵਿਚਾਰੋ। ਮਹਾਰਾਜ ਕਹਿੰਦੇ ਬਾਣੀ ਦੀ ਵਿਚਾਰ ਨਹੀਂ ਕਰਦੇ, ਡਿਬੇਟਾਂ ਚ ਪੈ ਗਏ। ਮਹਾਰਾਜ ਕਹਿੰਦੇ ਜਿਸੇ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਣੀ। ਉਹ ਐਸੀ ਅਕਥ ਕਥਾ ਨੂੰ ਜਾਣਦੇ ਨੇ, ਨਹੀਂ ਤਾਂ ਪੈਂਦੇ ਆਪ ਬੰਦੀਆਂ ਆਪਦੀਆਂ ਕਥਾ ਕਰੀ ਜਾਂਦੇ ਆਪਦੀਆਂ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਜਾਂ ਕੋ ਆਏ ਸੋਈ ਬਿਹਾਜੋ। ਕਹਿੰਦੇ ਜਿਨ੍ਹਾਂ ਦੇ ਉੱਤੇ ਫਿਰ ਐਸੀ ਅਵਸਥਾ ਮਾਲਕ ਦੀ ਕਿਰਪਾ ਹੁੰਦੀ ਹੈ, ਉਹੀ ਬਿਹਾਜਦੇ ਨੇ, ਉਹੀ ਜੀਵਨ ਦੇ ਵਿੱਚ ਨਿਭਾਉਂਦੇ ਨੇ, ਉਹੀ ਜੀਵਨ ਦੇ ਵਿੱਚ ਖੱਟਦੇ ਨੇ। ਇਹਨੂੰ ਬਿਹਾਜਣਾ ਕਹਿੰਦੇ ਨੇ। ਕਹਿੰਦੇ ਕਮਾਉਣਾ। ਕਹਿੰਦੇ ਭਾਈ ਹਰ ਗੁਰ ਤੇ ਮਨ ਹੈ ਬਸੇਰਾ। ਕਹਿੰਦੇ ਹਰੇਕ ਵਿੱਚ ਵਸਦੇ ਹੋਏ ਰੱਬ ਨੂੰ ਗੁਰੂ ਦੇ ਗੁਰ ਦੱਸੇ ਅਨੁਸਾਰ ਕਹਿੰਦੇ ਉੱਥੇ ਫਿਰ ਆਪਣੇ ਮਨ ਦੇ ਵਿੱਚ ਟਿਕਾਉਂਦੇ ਨੇ ਉਸ ਅਵਸਥਾ। ਧਿਆਨ ਰੱਖੋ। ਕਹਿੰਦੇ ਜਿਹਦੇ ਤੇ ਮਾਲਕ ਕਿਰਪਾ ਕਰਦੇ, ਜਿਹਦੇ ਤੇ ਰੱਬ ਆਪਣੀ ਰਸ ਦੇ ਦੇਵੇ, ਕਹਿੰਦੇ ਉਹੀ ਬਿਹਾਜਦੇ ਨੇ। ਕਹਿੰਦੇ ਹਰ ਗੁਰ ਤੇ ਮਨ ਹੈ ਬਸੇਰਾ। ਕਹਿੰਦੇ ਭਾਈ ਹਰੇਕ ਵਿੱਚ ਰੱਬ ਜੋ ਵਸਦੇ ਨੇ, ਗੁਰੂ ਜੀ ਦੇ ਦੱਸੇ ਹੋਏ ਗੁਰ ਅਨੁਸਾਰ ਆਪਣੇ ਮਨ ਦੇ ਵਿੱਚ ਉਸ ਨੂੰ ਬਸੇਰਾ ਦਿੰਦੇ ਨੇ, ਟਿਕਾਉਂਦੇ ਨੇ, ਉਹ ਗੱਲ ਵਸਦੀ ਹੈ ਮਨ ਦੇ ਵਿੱਚ। ਮਹਾਰਾਜ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਫਿਰ ਉਹ ਨਿਜ ਘਰ ਨੂੰ ਪ੍ਰਾਪਤ ਕਰਦੇ, ਉਸ ਘਟ ਬੈਠੇ ਰੱਬ ਦੇ ਮਹਿਲ ਨੂੰ ਪ੍ਰਾਪਤ ਕਰਦੇ। ਜਦੋਂ ਐਸੇ ਮਹਿਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਪਹੁੰਚੇ, ਗੁਰੂ ਅੰਗਦ ਪਾਤਸ਼ਾਹ ਪਹੁੰਚੇ, ਅਮਰਦਾਸ ਜੀ ਪਹੁੰਚੇ, ਜਿੰਨੇ ਪਾਤਸ਼ਾਹੀਆਂ ਪਹੁੰਚੇ, ਫਿਰ ਉਹ ਮਹੱਲਾ ਜਿਹੜਾ ਸ਼ਬਦ ਉਚਾਰਨ ਕਰਦੇ ਨੇ, ਫਿਰ ਉਸ ਮਹਿਲ ਵਿੱਚ ਪਹੁੰਚਣ ਤੋਂ ਬਾਅਦ ਕਹਿੰਦੇ ਭਾਈ ਘਟ ਬੈਠੇ ਰੱਬ ਨੂੰ ਖਸਮ ਜਾਣਦਿਆਂ ਹੈ, ਆਪ ਜੀਵ ਰੂਪੀ ਇਸਤਰੀ ਮਹਿਲ ਜਾਣਦਿਆਂ ਹੈ, ਉਸ ਮਹਿਲ ਵਿੱਚ ਪਹੁੰਚੀ ਤਾਂ ਉਹ ਮਹਿਲ ਮਹੱਲਾ ਬਣਦਾ ਹੈ। ਧਿਆਨ ਰੱਖਣਾ, ਇਹ ਬਹੁਤ ਵੱਡੀ ਕਿਰਿਆ। ਆਪਾਂ ਸ਼ਬਦਾਂ ਦੇ ਉੱਤੇ ਇੱਕ ਵਾਰ ਮਹੱਲਾ ਦੇ ਸ਼ਬਦ ਦੇ ਉੱਤੇ ਬੋਲਾਂਗੇ ਕਿ ਮਹਾਰਾਜ ਨੇ ਕਿਵੇਂ ਇਹ ਮਹਿਲ ਤੇ ਮਹੱਲਾ ਸ਼ਬਦ ਉਚਾਰਨ ਕੀਤਾ। ਸੋ ਸੱਚੇ ਪਾਤਸ਼ਾਹ ਕਹਿੰਦੇ ਐਸੇ ਜੀਵਨ ਫਿਰ ਨਿਜ ਘਰ ਦੇ ਵਿੱਚ ਆਣ ਟਿਕਦਾ। ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਆਪਣੇ ਨਿਜ ਘਰ ਵਿੱਚ ਟਿਕੋ। ਕਹਿੰਦੇ ਭਾਈ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਉਹ ਆਪਣੇ ਨਿਜ ਘਰ ਵਿੱਚ ਟਿਕਦੇ ਨੇ। ਇਸ ਘਰ ਦੇ ਵਿੱਚ ਰੱਬ ਦੇ ਘਰ ਨੂੰ ਦੇਖਦੇ ਨੇ। ਘਰ ਭੀਤਰ ਘਰ ਗੁਰੂ ਦਿਖਾਏ। ਕਹਿੰਦੇ ਜੋ ਬਾਣੀ ਹੈ ਐਸੇ ਫਿਰ ਘਰ ਦੇ ਵਿੱਚ ਆਪਣੇ ਰੱਬ ਦੇ ਘਰ ਨੂੰ ਦਿਖਾਉਂਦੀ ਹੈ, ਫਿਰ ਘਰ ਦੇ ਵਿੱਚੋਂ ਰੱਬ ਬੋਲਦੇ ਹੋਏ ਸੁਣਾਈ ਦਿੰਦਾ ਹੈ। ਕਹਿੰਦੇ ਐਸਾ ਜੀਵਨ ਦਾ ਸੁੱਖ ਸਹਿਜੇ ਸਹਿਜੇ ਪ੍ਰਾਪਤ ਹੁੰਦਾ ਹੈ। ਕਹਿੰਦੇ ਫਿਰ ਬਾਹਰ ਨਾ ਹੋਏਗੋ ਫੇਰਾ। ਕਹਿੰਦੇ ਇਹਦਾ ਮੁੜ ਕੇ ਫਿਰ ਇਹਦਾ ਜਨਮ ਮਰਨ ਨਹੀਂ ਹੁੰਦਾ ਹੈ, ਇਹ ਜਿਉਂਦਿਆਂ ਜੀ ਮੁਕਤ ਹੁੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਫਿਰ ਇਹ ਕਿੱਥੇ ਜਾ ਕੇ ਸ਼ਬਦ ਟਿਕਾਉਂਦੇ। ਕਹਿੰਦੇ ਘਟ ਬੈਠੇ ਪੁਰਖ ਨੂੰ ਜਿਹੜਾ ਵਿਧਾਤਾ ਹੈ ਉਹਨੂੰ ਅੰਤਰਜਾਮੀ ਕਹਿ ਰਹੇ ਨੇ। ਕੀ ਕਹਿ ਰਹੇ ਨੇ? ਅੰਤਰ ਦਾ ਸਾਖੀ ਹੈ। ਕਹਿੰਦੇ ਮੇਰੇ ਮਨ ਦੀ ਸ਼ਰਧਾ ਪੂਰੀ ਕਰੋ ਮੇਰੇ ਮਾਲਕ ਐਸੇ। ਕਹਿੰਦੇ ਜੀਵਨ ਵਿੱਚ ਜਦੋਂ ਆਪਾਂ ਰਾਤ ਨੂੰ ਪੈਂਦੇ ਹਾਂ ਨਾ ਜੀ, ਤਾਂ ਮਨ ਇੱਧਰ ਉੱਧਰ ਗੱਲਾਂ ਕਰਦਾ ਹੁੰਦਾ ਤੇ ਮਨ ਨੂੰ ਕਹਿਣਾ ਭਾਈ ਤੂੰ ਕਿਹਨੂੰ ਸੁਣਾ ਰਿਹਾ,
ਉਹ ਤਾਂ ਜਾਣਦਾ ਤੈਨੂੰ, ਉਹ ਅੰਤਰਜਾਮੀ ਹੈ, ਉਹ ਪੁਰਖ ਹੈ ਤੇਰੇ ਵਿੱਚ, ਵਿਧਾਤਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਤੂੰ ਤਾਂ ਅੱਗੇ ਬੋਲੀ ਜਾਣਾ, ਦੱਸ। ਉਹਨੂੰ ਬੋਲ ਜਿਹਨੂੰ ਪਤਾ ਨਾ ਹੋਵੇ, ਜਿਹਨੂੰ ਸਭ ਕੁਝ ਪਤਾ ਹੋਵੇ, ਉਹਨੂੰ ਫਿਰ ਬੋਲਣ ਦੀ ਤੈਨੂੰ ਲੋੜ ਨਹੀਂ ਹੈ। ਐਸਾ ਫਿਰ ਮਨ ਸ਼ਾਂਤ ਹੁੰਦਾ, ਟਿਕਦਾ। ਮਨ ਨਾਲ ਝਗੜਾ ਕਰੋ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਕਹਿੰਦੇ ਇਹਨੂੰ ਰੋਜ਼ ਟਿਕਾਓ, ਰੋਜ਼। ਇਹ ਟਿਕਾਉਂਦਿਆਂ ਟਿਕਾਉਂਦਿਆਂ ਬਾਣੀ ਦੇ ਗੁਰ ਰਾਹੀਂ ਇਹ ਟਿਕਦਾ ਹੈ, ਸੋਝੀ ਰਾਹੀਂ ਟਿਕਦਾ ਹੈ, ਨਹੀਂ ਤਾਂ ਟਿਕਦਾ ਨਹੀਂ। ਸੋ ਕਹਿੰਦੇ ਅੰਤਰਜਾਮੀ, ਉਹ ਅੰਤਰ ਦਾ ਜਾਮੀ ਸਾਖੀ ਹੈ, ਦੁਨੀਆ ਬਾਹਰ ਜਾਣੇ ਨਾ ਜਾਣੇ, ਉਹ ਜਾਣਦਾ ਹੈ। ਮਹਾਰਾਜ ਕਹਿੰਦੇ ਪੁਰਖ ਵਿਧਾਤੇ, ਕਹਿੰਦੇ ਉਹ ਪੁਰਖ ਹੈ, ਵਿਧਾਤਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਕਹਿੰਦੇ ਭਾਈ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਦੂਰੇ। ਕਹਿੰਦੇ ਮੈਂ ਦਾਸ ਬਣ ਕੇ, ਨਾਨਕ ਵੀ, ਕਹਿੰਦੇ ਭਾਈ ਪੰਚਮ ਨਾਨਕ ਵੀ ਬੇਨਤੀ ਕਰ ਰਹੇ ਨੇ, ਕਹਿੰਦੇ ਮੈਂ ਇਹੀ ਸੁੱਖ ਮੰਗ ਰਿਹਾ ਕਿ ਮੈਨੂੰ ਐਸੇ ਸ਼ਬਦਾਂ ਨਾਲ, ਕਹਿੰਦੇ ਤੇਰੇ ਨਾਲ, ਤੇਰੇ ਤੱਕ ਪਹੁੰਚਣ ਦੀ ਭਾਵ ਨੂੰ ਮੇਰੇ ਅੰਦਰ ਵਸਾ ਦੇ, ਹਨਾ। ਜਿਵੇਂ ਤੂੰ ਕਿਹਾ ਮੈਂ ਉਸ ਤਰ੍ਹਾਂ ਹੋ ਜਾ। ਧੂਰੇ ਦਾ ਅਰਥ ਹੈ, ਜਿਵੇਂ ਧੂਰੇ, ਧੂੜੀ ਸ਼ਬਦ ਆਵੇ, ਉਹਦਾ ਅਰਥ ਹੈ, ਕਹਿੰਦੇ ਭਾਈ ਭਾਵ, ਅਰਥ, ਸਮਝ, ਸੋਝੀ। ਜਿੱਥੇ ਆਪਾਂ ਜਿੱਥੇ ਚਰਨ ਕਹਿੰਦੇ ਆ, ਉਹਨਾਂ ਦਾ ਅਰਥ ਹੈ ਸ਼ਬਦ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਨ੍ਹਿਓ ਪਾਲ। ਜਿਵੇਂ ਆਪਾਂ ਕਹਿੰਦੇ ਮੇਰੇ ਹਿਰਦੇ ਗੁਰੂ ਜੀ ਦੇ ਚਰਨ ਵਸ ਗਏ ਜੀ, ਉਹਦਾ ਅਰਥ ਹੈ ਗੁਰੂ ਜੀ ਦੇ ਸ਼ਬਦ ਵਸ ਗਏ ਜੀ, ਜਿਨ੍ਹਾਂ ਰਾਹੀਂ ਮੈਂ ਅੰਦਰ ਚੱਲਾਂਗਾ, ਹੁਣ ਅੰਦਰ ਜਾ ਸਕਾਂਗਾ, ਅੰਦਰ ਉਤਰਾਂਗਾ, ਹੈ ਨਾ। ਸੋ ਅੰਦਰ ਚੱਲਣ ਵਾਸਤੇ ਚਰਨ ਚਾਹੀਦੇ ਨੇ, ਉਹ ਸ਼ਬਦ ਨੇ, ਸ਼ਬਦ ਰੂਪੀ ਚਰਨ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਨ੍ਹਿਓ ਪਾਲ। ਸੋ ਜਿੱਥੇ ਚਰਨ ਸ਼ਬਦ ਆਉਣ, ਉਹਨਾਂ ਦਾ ਅਰਥ ਹੈ ਸ਼ਬਦ। ਜਿੱਥੇ ਧੂਰੇ ਤੇ ਧੂੜੀ ਸ਼ਬਦ ਇਸ ਤਰ੍ਹਾਂ ਆਵੇ, ਉਹਨਾਂ ਦਾ ਅਰਥ ਹੈ ਕਿ ਸ਼ਬਦ ਜਿਹੜੇ ਆਪਣੇ ਅੰਦਰ ਮਹਾਰਾਜ ਨੇ ਦਿੱਤੇ ਨੇ ਸਾਨੂੰ ਅੰਦਰ ਲੈ ਕੇ ਜਾਣ ਵਾਸਤੇ ਸੁਰਤ ਨੂੰ, ਕਹਿੰਦੇ ਉਹਦੇ ਭਾਵ ਨੂੰ, ਯਾਨੀ ਸ਼ਬਦਾਂ ਦਾ ਜਿਹੜਾ ਭਾਵ ਹੈ, ਉਹਦਾ ਜਿਹੜਾ ਅਰਥ ਨਿਕਲ ਰਿਹਾ, ਕਹਿੰਦੇ ਉਹਨੂੰ ਧੂੜੇ ਕਹਿੰਦੇ ਨੇ, ਧੂਰੀ ਕਹਿੰਦੇ ਨੇ। ਸੋ ਮਹਾਰਾਜ ਕਹਿੰਦੇ ਮੈਨੂੰ ਐਸੇ ਸੰਤਾਂ ਦੀ ਧੂਰੀ ਬਣਾ ਦੇ, ਯਾਨੀ ਐਸੇ ਸ਼ਬਦ ਨਾਲ, ਰੱਬ ਦੇ ਸ਼ਬਦ ਨਾਲ ਪਿਆਰ ਕਰਨ ਦੀ ਸੋਝੀ ਮੈਨੂੰ ਬਖਸ਼ਿਸ਼ ਕਰ ਦੇ, ਕਹਿੰਦੇ ਮੈਂ ਇਹੀ ਸੁੱਖ ਮੰਗਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ, ਇਹਨੂੰ ਇੱਕ ਵਾਰ ਆਪਾਂ ਸਭ ਨੂੰ ਪੜ੍ਹੀਏ। ਪਹਿਲਾ ਸ਼ਬਦ ਆਪਾਂ ਗਾ ਕੇ ਫਿਰ ਇੱਥੇ ਆਵਾਂਗੇ। ਸੋ ਇੱਥੇ ਤੱਕ ਆਪਣੀ ਅਵਸਥਾ ਨੂੰ ਟਿਕਾਈਏ। ਮਹਾਰਾਜ ਕਹਿੰਦੇ ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਰਹਾਉ ਸਾਕਤ ਹਰ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਨੈ, ਦੁਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੋਭ ਖੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, यहाँ खाट चलो हर लाहा, आगे बसन सुहेला, औद कटै दिन सिरैना रे, मन गुर मिल काज सवारे, रहाओ यो संसार विकार संशय में, तरियो ब्रह्म ज्ञानी, जिसे जगाए पी आवे एह रस, अकथ कथा तिन जाको आए सोई बिहाजो, हर गुर ते मन है बसेरा, निज घर महल पावो सुख सहजे, बाहर न होए गो फेरा, अंतरजामी पुरख विधाते, शरदा मन की पूरे, नानक दास यह सुख मांगे, मुख कर संतन की तूरे, नानक दास यह सुख मांगे,
ਮੁਖ ਕਾਲ ਸੰਤਨ ਕੀ ਤੂਰੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਤਨੇ ਸ਼ਬਦ ਪ੍ਰਵਾਨ ਕਰਨੇ, ਗੁਰੂ ਮਹਾਰਾਜ ਜੀ ਦੀ ਬਾਣੀ ਹਿਰਦੇ 'ਚ ਵਸਾਉਣੀ, ਨਿਜ ਕਰ ਪਾਉਣ ਦੀ ਪ੍ਰਾਪਤੀ ਕੋਸ਼ਿਸ਼ ਕਰਨੀ। ਕਹਿੰਦੇ ਖੋਜਿਤ ਖੋਜਿਤ ਨਿਜ ਕਰ ਪਾਇਆ, ਅਮੋਲ ਰਤਨ ਸਾਚ ਦਿਖਲਾਇਆ। ਕਰ ਕਿਰਪਾ ਜਬ ਮੇਲੇ ਸਾਹਿ, ਕਹੋ ਨਾਨਕ ਗੁਰ ਕਹਿ ਵਿਸਾਹ। ਕਹਿੰਦੇ ਗੁਰ ਦੇ ਵਿਸਾਹ ਦੇ ਨਾਲ, ਵਿਸ਼ਵਾਸ ਨਾਲ, ਭਰੋਸੇ ਨਾਲ ਇਹ ਨਿਜ ਕਰ ਪ੍ਰਾਪਤ ਹੋਣਾ ਹੈ ਭਾਈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਕਹਿੰਦੇ ਗੁਰੂ ਦੇ ਗੁਰ ਹਿਰਦੇ 'ਚ ਵਸਾਈਏ ਅਸੀਂ ਸਾਰੇ, ਕਿਉਂ ਗੁਰ ਬਿਨ ਤ੍ਰਿਕੁਟੀ ਛੁਟ ਸੀ। ਸਹਿਜ ਮਿਲੀਏ ਸੁਖ ਹੋਏ, ਨਿਜ ਕਰ ਮਹਿਲ ਪਛਾਣੀਏ, ਨਦਰ ਕਰੇ ਮਾਲਤ ਹੋਏ। ਮਹਾਰਾਜ ਕਹਿੰਦੇ ਅੰਤਰ ਜਿਸ ਕੈ ਸੱਚ ਵਸੈ, ਸੱਚੇ ਸੱਚੀ ਸੋਏ। ਸੱਚ ਮਿਲੇ ਸੇ ਨਾ ਵਿਛੜੇ, ਤੇ ਨਿਜ ਕਰ ਵਾਸਾ। ਮਨ ਰੇ ਨਿਜ ਕਰ ਵਾਸਾ ਹੋਏ, ਰਾਮ ਨਾਮ ਸਲਾਹ ਤੂੰ, ਫਿਰ ਆਵਨ ਜਾਣ ਨਾਲ। ਕਹਿੰਦਾ ਜਿਹੜਾ ਬੰਦਾ ਨਿਜ ਘਰ ਵਿੱਚ ਟਿਕ ਜਾਂਦਾ ਹੈ, ਉਹਦਾ ਫਿਰ ਆਵਾਗਮਨ ਖਤਮ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਬੇਅਦਬੀਆਂ, ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ। ਬਾਣੀ ਜੀ ਦੀ ਵਿਚਾਰ ਕਰਦੇ ਹਾਂ। ਕਹਿੰਦੇ ਭਾਈ ਮਾਲਕ ਆਪ ਕਿਰਪਾ ਕਰਨ, ਸੁਰਤ ਕਦੀ ਕਦੀ ਇੱਧਰ ਉੱਧਰ ਹੋ ਜਾਂਦੀ ਹੈ। ਸੋ ਮਹਾਰਾਜ ਇਹਨਾਂ ਭੁੱਲਾਂ ਚੁੱਕਾਂ ਨੂੰ ਮਾਫ਼ ਕਰਨ। ਸੰਗਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ। ਆਓ ਅੰਤਲਾ ਸ਼ਬਦ ਪੜ੍ਹ ਕੇ ਸਮਾਪਤ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, हे पूरन हे सर्व मैं दुख भंजन गुणतास। हे संगी हे निरंकार, हे निर्गुण सब टेक। हे गोविंद हे गुण निधान, जाकै सदा विवेक। हे अपरंपर हर हरे है भी हो बनहार। हे संतां कै सदा संग निधार आधार। हे ठाकुर हौं दासरो, मैं निर्गुण गुण नहीं कोय। नानक दीजै नाम दान, राखो हिय परोए। हे ठाकुर हौं दासरो, मैं निर्गुण गुण नहीं कोय। नानक दीजै नाम दान, राखो हिय परोए। ਕੱਲ ਦੀ ਬੇਨਤੀ ਆਈ ਹੈ ਕਿ ਆਪਾਂ